Hello, dear aspirants. I welcome you all to this beautiful platform of Burma Academy. So, as you all know, ਆਪਣੇ ਇਸ ਪਲੇਟਫਾਰਮ ਤੇ ਤੁਹਾਡੇ ਲਈ ਹਰ ਇੱਕ ਐਗਜ਼ਾਮ ਦੇ ਪੁਆਇੰਟ ਆਫ View ਤੋਂ ਹਰ ਇੱਕ ਸਬਜੈਕਟ ਦੇ ਜਿਹੜੇ ਟੌਪਿਕ ਨੇ ਉਹ ਫ੍ਰੀ ਆਫ ਕਾਸਟ ਤੁਹਾਨੂੰ ਪ੍ਰੋਵਾਈਡ ਕਰਵਾਏ ਜਾ ਰਹੇ ਹਨ ਸੋ ਦੈਟ ਤੁਸੀਂ ਬਿਨਾਂ ਕਿਸੇ ਪੈਸੇ ਦੇ ਖਰਚ ਕੀਤੇ ਆਪਣਾ ਜਿਹੜਾ ਤਿਆਰੀ ਹੈ ਉਹ ਵਧੀਆ ਤਰੀਕੇ ਨਾਲ ਕਰ ਸਕੋ। ਤੁਸੀਂ ਕੰਟੈਂਟ ਹੈ ਜਿਹੜਾ ਉਹ ਪਤਾ ਕਰ ਹੀ ਲਿਆ ਹੋਣਾ ਤੇ ਕੰਟੈਂਟ ਜਿਹੜਾ ਤੁਹਾਨੂੰ ਹਰ ਇੱਕ ਪੇਡ ਬੇਸ ਦੇ ਵਿੱਚ ਕਰਵਾਏ ਜਾਣ ਵਾਲੇ ਕੰਟੈਂਟ ਦੇ ਪ੍ਰੋਫਰ ਦਾ ਜਿਹੜਾ ਕੰਟੈਂਟ ਹੈ ਤੁਹਾਨੂੰ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ। ਹਾਂਜੀ, ਤਾਂ ਜਿਹੜਾ ਹੈਗਾ ਤੁਹਾਡੇ ਕੋਲੇ ਜੋ ਵੀ ਮਟੀਰੀਅਲ ਤੁਹਾਨੂੰ ਦਿੱਤਾ ਜਾ ਰਿਹਾ ਹੈ ਤੇ ਟਰਾਈ ਕਰਿਆ ਕਰੋ ਕਿ ਤੁਸੀਂ ਇਹ ਜਿਹੜਾ ਹੁਣ ਕਰ ਲੈਣਾ ਹੈ, ਆਪਣੇ ਆਪ ਜਿਹੜਾ ਹੈਗਾ ਉਹ ਰਿਵਾਈਜ਼ ਕਰਦੇ ਰਹਿਣਾ ਬਿਕਾਜ਼ ਸਾਡੇ ਕੋਲੋਂ ਸਿਰਫ ਇੱਕ ਹੀ ਚੀਜ਼ ਹੈ ਜਿਹੜੀ ਤੁਹਾਨੂੰ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ ਉਹ ਹੈ ਕੰਟੈਂਟ ਤੇ ਕੰਟੈਂਟ ਤੁਹਾਨੂੰ A1 ਲੈਵਲ ਦਾ ਕਰਵਾਇਆ ਜਾਏਗਾ। ਬਾਕੀ ਹੁਣ ਤੁਸੀਂ ਰਿਵਾਈਜ਼ ਕਿਵੇਂ ਕਰਦੇ ਹੋ ਉਹ ਚੀਜ਼ ਹੈ ਜਿਹੜੀ ਤੁਹਾਡੇ ਤੇ ਡਿਪੈਂਡ ਕਰਦੀ ਹੈ ਬਿਕਾਜ਼ ਟੀਚਰ ਹੈ ਜਿਹੜਾ ਸਿਰਫ 60% ਐਫਰਟਸ ਹੈ ਜਿਹੜੇ ਤੁਹਾਡੇ ਲਈ ਕਰ ਸਕਦਾ 40 to 55% ਜਿਹੜੇ ਐਫਰਟਸ ਹੁੰਦੇ ਉਹ ਸਿਰਫ ਤੁਹਾਨੂੰ ਕਰਨੇ ਪੈਣਗੇ। ਹਾਂਜੀ, ਤਾਂ ਅੱਜ ਦੀ ਦੇਖੋ ਆਪਣੀ ਜਿਹੜੀ ਕਲਾਸ ਹੋਏਗੀ ਉਹ ਆਪਾਂ 21 ਕਲਾਸ ਸਟਾਰਟ ਕਰਨੀ ਹੈ ਇੰਗਲਿਸ਼ ਵੋਕੈਬ ਦਾ ਪੋਰਸ਼ਨ ਜਿਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਪਿੱਛੇ ਤੁਹਾਡੀਆਂ 20 ਕਲਾਸਿਸ ਨੇ ਜਿਹੜੀਆਂ ਆਪਾਂ ਵੋਕੈਬ ਦੀਆਂ ਕਰ ਚੁੱਕੇ ਹਾਂ। ਆਈ ਹੋਪ ਤੁਸੀਂ ਸਾਰਿਆਂ ਨੇ ਉਹ ਕਲਾਸਿਸ ਵੀ ਅਟੈਂਡ ਕੀਤੀਆਂ ਹੋਣੀਆਂ ਪਲੱਸ ਜਿੰਨਾ ਵੀ ਵੋਕੈਬ ਦਾ ਪੋਰਸ਼ਨ ਤੁਹਾਨੂੰ ਕਰਵਾਇਆ ਗਿਆ ਉਹ ਤੁਸੀਂ ਕਰ ਲਿਆ ਹੋਣਾ। ਵਨ ਵਰਡ ਸਬਸਟੀਟਿਊਸ਼ਨ ਜੋ ਵੀ ਤੁਹਾਨੂੰ ਕਰਵਾਇਆ ਤੁਸੀਂ ਯਾਦ ਕੀਤੇ ਹੋਣੀਆਂ ਨਾਲ ਹੀ ਇਡੀਅਮ ਫਰੇਜ਼ਲ ਦਾ ਟੌਪਿਕ ਆਪਾਂ ਕਰਦੇ ਹਾਂ ਉਹ ਵੀ ਤੁਸੀਂ ਕਰ ਲਿਆ ਹੋਣਾ ਪਲੱਸ ਸਿਨੋਨਿਮ ਐਂਟੀਨਮ ਐਂਡ ਸਪੈਲਿੰਗ ਐਰਰਸ ਨੇ ਜਿਹੜੇ ਤੁਸੀਂ ਕਵਰ ਕੀਤੇ ਹੋਣੇ। ਤੇ ਅੱਜ ਦੀ ਕਲਾਸ ਵਿੱਚ ਤੁਹਾਨੂੰ ਇੱਕ ਹੋਰ ਨਵੀਂ ਚੀਜ਼ ਹੈ ਜਿਹੜੀ ਇੰਗਲਿਸ਼ ਵੋਕੈਬ ਦੇ ਵਿੱਚ ਸਿੱਖਣ ਨੂੰ ਮਿਲੇਗੀ ਦੈਟ ਇਜ਼ ਫਿਕਸਡ ਪ੍ਰੈਪੋਜੀਸ਼ਨ ਜਿਹਦੇ ਬਾਰੇ ਤੁਹਾਨੂੰ ਦੱਸਿਆ ਜਾਏਗਾ। ਹਾਂਜੀ, ਤਾਂ ਕਲਾਸ ਸਟਾਰਟ ਕਰਨ ਤੋਂ ਪਹਿਲਾਂ ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਸੋ ਦੈਟ ਜਦੋਂ ਵੀ ਤੁਹਾਨੂੰ ਕੋਈ ਨਵੀਂ ਕਲਾਸ ਪ੍ਰੋਵਾਈਡ ਕਰਵਾਈ ਜਾਵੇ ਤਾਂ ਤੁਸੀਂ ਇਹ ਜਿਹੜਾ ਉਹਦਾ ਕਹ ਲਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਾਏ ਤੇ ਤੁਸੀਂ ਜਿਹੜੀ ਕਲਾਸ ਆਪਣੇ ਟਾਈਮ ਦੇ ਉੱਤੇ ਅਟੈਂਡ ਕਰ ਸਕੋ ਤੇ ਆਪਣਾ ਜਿਹੜਾ ਬੈਨੀਫਿਟ ਆ ਉਹ ਲੈ ਸਕੋ। ਸੈਕੰਡ ਚੀਜ਼ ਵੀ ਤੁਹਾਡਾ ਜਿਹੜਾ ਹੈਗਾ ਚੈਨਲ ਦਾ ਇੱਕ ਬਣਿਆ ਹੋਇਆ ਟੈਲੀਗ੍ਰਾਮ ਗਰੁੱਪ ਜਿਹਦਾ ਲਿੰਕ ਤੁਹਾਨੂੰ ਮਿਲ ਜਾਏਗਾ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉੱਥੋਂ ਤੁਸੀਂ ਜਿਹੜਾ ਹੈਗਾ ਚੈਨਲ ਦਾ ਟੈਲੀਗ੍ਰਾਮ ਗਰੁੱਪ ਜਿਹੜਾ ਉਹ ਜੁਆਇਨ ਕਰ ਲੈਣਾ। ਤੁਹਾਨੂੰ ਹਰ ਇੱਕ ਇੰਪੋਰਟੈਂਟ ਨੋਟੀਫਿਕੇਸ਼ਨ ਉੱਤੇ ਪ੍ਰੋਵਾਈਡ ਕਰਾਈ ਜਾਏਗੀ। ਇਸ ਤੋਂ ਇਲਾਵਾ YouTube ਦੇ ਉੱਤੇ ਹੋਏ ਅੱਜ ਤੱਕ ਦੇ ਜਿੰਨੇ ਵੀ ਸੈਸ਼ਨ ਤੁਹਾਨੂੰ YouTube ਦੇ ਉੱਤੇ ਕਰਵਾਏ ਗਏ ਹਰ ਇੱਕ ਦੀ ਪੀਪੀਟੀ ਹੈ ਜਿਹੜੀ ਤੁਹਾਨੂੰ ਟੈਲੀਗ੍ਰਾਮ ਗਰੁੱਪ ਦੇ ਉੱਤੇ ਮਿਲ ਜਾਏਗੀ। ਤੇ ਜੋ ਸਟੂਡੈਂਟ ਨੋਟਸ ਨਹੀਂ ਬਣਾ ਸਕਦੇ ਜਾਂ ਜਿਨ੍ਹਾਂ ਨੂੰ ਨੋਟਸ ਨਹੀਂ ਬਣਾ ਰਹੇ ਤੇ ਪੜ੍ਹਨਾ ਚਾਹੁੰਦੇ ਆ ਤਾਂ ਉਹ ਜਿਹੜਾ ਹੈਗਾ ਆਪਣਾ ਪੀਪੀਟੀ ਤੋਂ ਵੀ ਪੜ੍ਹ ਸਕਦੇ ਆ। ਸੋ ਤੁਸੀਂ ਟੈਲੀਗ੍ਰਾਮ ਗਰੁੱਪ ਤੋਂ ਪੀਪੀਟੀ ਲੈ ਸਕਦੇ ਹੋ। ਥਰਡ ਮੋਸਟ ਇੰਪੋਰਟੈਂਟ ਥਿੰਗ ਹੈ ਕਿ ਟੈਲੀਗ੍ਰਾਮ ਗਰੁੱਪ ਦੇ ਉੱਤੇ ਨਾਟ ਓਨਲੀ ਤੁਹਾਨੂੰ ਇੰਪੋਰਟੈਂਟ ਨੋਟੀਫਿਕੇਸ਼ਨ ਮਿਲਣਗੀਆਂ ਜਾਂ ਫਿਰ YouTube ਸੈਸ਼ਨ ਦੀ ਕਲਾਸ ਨੋਟਸ ਮਿਲਣਗੇ ਇਸ ਤੋਂ ਇਲਾਵਾ ਤੁਹਾਨੂੰ ਕੁਇਜ਼ ਦੇ ਕੋਰਸ ਹੈ ਜਿਹੜੇ ਉੱਥੇ ਪ੍ਰੋਵਾਈਡ ਕਰਵਾਏ ਜਾਂਦੇ ਆ ਜੋ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ View ਤੋਂ ਤੁਹਾਡੀ ਤਿਆਰੀ ਹੈ ਜਿਹੜੀ ਉਹ ਵਧੀਆ ਤਰੀਕੇ ਨਾਲ ਕਰਵਾਉਣਗੇ। ਹਾਂਜੀ, ਤੇ ਤੁਸੀਂ ਇਹ ਜਿਹੜਾ ਕੁਇਜ਼ ਵੀ ਪਾਰਟਿਸਿਪੇਟ ਕਰ ਸਕਦੇ ਹੋ ਤੇ ਉੱਥੋਂ ਜਿਹੜਾ ਹੈਗਾ ਆਪਣਾ ਤਿਆਰੀ ਦਾ ਲੈਵਲ ਜਿਹੜਾ ਉਹ ਚੈੱਕ ਕਰ ਸਕਦੇ ਹੋ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਹ ਜਿਹੜਾ ਟੈਲੀਗ੍ਰਾਮ ਗਰੁੱਪ ਬਾਰੇ ਜਾਣਕਾਰੀ ਹੈ ਜਿਹੜੀ ਮਿਲ ਗਈ ਹੋਏਗੀ। ਹੁਣ ਆਪਾਂ ਸਟਾਰਟ ਕਰਦੇ ਹਾਂ ਜੀ ਆਪਣੀ ਕਲਾਸ ਨੰਬਰ 21 ਇੰਗਲਿਸ਼ ਵੋਕੈਬ ਦੇ ਵਿੱਚ ਆਪਾਂ ਟ੍ਰਿਕਸ ਤੇ ਨਿਮੋਨਿਕਸ ਦੇ ਨਾਲ ਜਿਹੜੀ ਵੋਕੈਬ ਆ ਉਹ ਸਿੱਖਾਂਗੇ। ਦੇਖੋ ਜੀ, ਸਭ ਤੋਂ ਪਹਿਲਾਂ ਜਿਹੜਾ ਪੋਰਸ਼ਨ ਆਪਾਂ ਡਿਸਕਸ ਕਰਾਂਗੇ ਦੈਟ ਇਜ਼ ਵਨ ਵਰਡ ਸਬਸਟੀਟਿਊਸ਼ਨ। ਹੁਣ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਪਤਾ ਲੱਗ ਹੀ ਗਈ ਕਿ ਵਨ ਵਰਡ ਸਬਸਟੀਟਿਊਸ਼ਨ ਨੂੰ ਆਪਾਂ OWF ਵੀ ਕਹਿ ਦਿੰਦੇ ਆ ਤੇ ਮੀਨਿੰਗ ਕੀ ਹੁੰਦਾ ਇਹਦਾ ਅਨੇਕ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ। ਜਿਵੇਂ ਆਪਾਂ ਪੰਜਾਬੀ ਦੇ ਵਿੱਚ ਵਰਡ ਤੁਹਾਡੇ ਕੋਲ ਕੋਈ ਆ ਜਾਂਦਾ ਤੁਸੀਂ ਉਹਦੀ ਥਾਂ ਤੇ ਇੱਕ ਸ਼ਬਦ ਲਿਖਣਾ ਹੁੰਦਾ ਇੱਕ ਫਰੇਜ਼ ਪੂਰੀ ਹੁੰਦੀ ਹੈ ਤੇ ਤੁਸੀਂ ਉਹਦੀ ਥਾਂ ਤੇ ਵਨ ਵਰਡ ਜਿਹੜਾ ਉਹ ਦਿੰਦੇ ਹੁੰਦੇ ਸੇਮ ਹੀ ਤੁਹਾਡਾ ਇੰਗਲਿਸ਼ ਦੇ ਵਿੱਚ ਹੋਏਗਾ। ਹਾਂਜੀ, ਤਾਂ ਕਲਾਸ ਸਟਾਰਟ ਕਰਨ ਦੇ ਆ ਵਿਦ ਫਰਸਟ ਫਰੇਜ਼ ਤੁਹਾਨੂੰ ਸਕਰੀਨ ਦੇ ਉੱਤੇ ਦੇਖ ਹੀ ਹੈ। ਫਰਸਟ ਫਰੇਜ਼ ਹੈ ਜੀ ਤੁਹਾਡੀ ਅ ਪਰਸਨ ਹੂ ਲੀਵਸ ਹਿਸ ਕੰਟਰੀ ਟੂ ਲਿਵ ਇਨ ਅਨਦਰ। ਤਾਂ ਇਹੋ ਜਿਹਾ ਪਰਸਨ ਜੋ ਕਿ ਆਪਣਾ ਦੇਸ਼ ਛੱਡ ਕੇ ਕਿਸੇ ਦੂਸਰੇ ਦੇਸ਼ ਦੇ ਵਿੱਚ ਆ ਜਿਹੜਾ ਰਹਿਣ ਦੇ ਲਈ ਗਿਆ ਹੈ ਲਿਵ ਇਨ ਅਨਦਰ ਕੰਟਰੀ ਤਾਂ ਉਹ ਕੀ ਕਹਿੰਦੇ ਆ ਉਹਨੂੰ ਆਪਾਂ ਐਮੀਗ੍ਰੈਂਟ ਵਰਡ ਹੈ ਜਿਹੜਾ ਉਹਦੇ ਉੱਤੇ ਯੂਜ਼ ਕਰਦੇ ਹਾਂ। ਹਾਂਜੀ, ਤਾਂ ਇੱਥੇ ਤੁਹਾਡੇ ਕੋਲ ਦੋ ਵਰਡ ਹੈ ਜਿਹੜੇ ਆਪਾਂ ਯੂਜ਼ ਕਰਦੇ ਹਾਂ ਵਨ ਇਜ਼ ਐਮੀਗ੍ਰੇਸ਼ਨ ਔਰ ਸੈਕੰਡ ਇਜ਼ ਇਮੀਗ੍ਰੇਸ਼ਨ। ਤਾਂ ਦੋਵਾਂ ਦੇ ਵਿੱਚ ਕੀ ਡਿਫਰੈਂਸ ਹੈ? ਇੱਕ ਤਾਂ ਤੁਹਾਡੇ ਕੋਲ ਇਮੀਗ੍ਰੇਸ਼ਨ ਹੁੰਦਾ ਹੈ ਸੈਕੰਡ ਜੇ ਕੋਈ ਪਰਸਨ ਹੈ ਜਿਹੜਾ ਉਹਦੇ ਵਾਸਤੇ ਆਪਾਂ ਯੂਜ਼ ਕਰ ਲਾਂਗੇ ਇਮੀਗ੍ਰੈਂਟ। ਸੋ ਸੈਕੰਡ ਤੁਹਾਡੇ ਕੋਲ ਜਿਹੜਾ ਵਰਡ ਹੈ ਉਹ ਹੈ ਜੀ ਐਮੀਗ੍ਰੇਸ਼ਨ ਔਰ ਪਰਸਨ ਦੇ ਲਈ ਯੂਜ਼ ਕੀਤਾ ਜਾਏਗਾ ਇਮੀਗ੍ਰੈਂਟ। ਤਾਂ ਹੁਣ ਇਹਨਾਂ ਦੇ ਵਿੱਚ ਡਿਫਰੈਂਸ ਕੀ ਹੈ? ਤਾਂ ਤੁਸੀਂ ਇਹ ਜਿਹੜਾ ਹੁਣ ਜਿਵੇਂ ਆਪਣੇ ਕੋਲ ਪਿੱਛੇ ਜੇ ਆਈਲੈਟਸ ਦਾ ਜਿਹੜਾ ਬਹੁਤ ਜ਼ਿਆਦਾ ਕਰੇਜ਼ ਅੰਦਰ ਚੱਲਿਆ ਸੀ ਬਹੁਤ ਸਾਰੇ ਸਟੂਡੈਂਟ ਸੀ ਜਿਹੜੇ ਆਈਲੈਟਸ ਕਰਕੇ ਬਾਹਰ ਗਏ ਹੈ +2 ਬਾਅਦ ਆਈਲੈਟਸ ਕਰੋ ਤੇ ਬਾਹਰ ਜਾਓ ਇਹ ਚੀਜ਼ ਹੋਈ ਸੀ। ਤਾਂ ਉੱਥੇ ਤੁਸੀਂ ਇਮੀਗ੍ਰੇਸ਼ਨ ਤੇ ਐਮੀਗ੍ਰੇਸ਼ਨ ਦੋਨੋਂ ਵਰਡਸ ਸੁਣੇ ਹੋਣਗੇ ਤਾਂ ਇਮੀਗ੍ਰੇਸ਼ਨ ਤੋਂ ਤੁਸੀਂ ਯਾਦ ਰੱਖ ਲੈਣਾ ਆਈ ਤੋਂ ਆਈ ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਇੱਥੋਂ ਬਣਾ ਲਓ ਤੁਸੀਂ ਇਨ। ਤਾਂ ਕੋਈ ਪਰਸਨ ਜਦੋਂ ਕਿਸੇ ਬਾਹਰਲੇ ਦੇਸ਼ ਦੇ ਤੋਂ ਤੁਹਾਡੇ ਦੇਸ਼ ਦੇ ਵਿੱਚ ਆ ਰਿਹਾ ਤਾਂ ਤੁਸੀਂ ਉਹਨੂੰ ਕੀ ਕਹੋਗੇ ਵੀ ਉਹ ਇਮੀਗ੍ਰੇਸ਼ਨ ਕਰਾ ਕੇ ਆਇਆ ਹੈ ਤੇ ਉਹ ਪਰਸਨ ਨੂੰ ਕੀ ਕਿਹਾ ਜਾਏਗਾ ਇਮੀਗ੍ਰੈਂਟ ਕਿਹਾ ਜਾਏਗਾ। ਤੇ ਐਮੀਗ੍ਰੇਸ਼ਨ ਜਾਂ ਇਮੀਗ੍ਰੈਂਟ ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਈ ਤੋਂ ਤੁਸੀਂ ਯਾਦ ਰੱਖੋਗੇ ਐਕਸਿਟ।
ई तो तुसीं की याद रखना एग्ज़िट, एग्ज़िट ਦਾ ਮਤਲਬ ਕੀ ਹੁੰਦਾ ਬਾਹਰ ਜਾਣਾ, ਮਤਲਬ ਕੋਈ ਪਰਸਨ ਤੁਹਾਡੇ ਦੇਸ਼ ਤੋਂ ਬਾਹਰ ਦੇਸ਼ ਕਿਸੇ ਦੇ ਵਿੱਚ ਜਾ ਰਿਹਾ, ਜਿਵੇਂ ਆਪਣੇ ਦੇਸ਼ ਦੇ ਵਿੱਚੋਂ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਪੰਜਾਬ ਦੇ ਵਿੱਚੋਂ ਕਿਤੇ ਗਏ ਆ, ਕੈਨੇਡਾ 'ਚ ਗਏ ਆ, ਆਸਟ੍ਰੇਲੀਆ 'ਚ ਗਏ ਆ, ਤਾਂ ਉਹ ਕੀ ਹੋ ਗਏ ਤੁਹਾਡੇ ਐਮੀਗ੍ਰੈਂਟ ਹੋ ਗਏ ਤੇ ਵਿੱਚ ਕੀ ਕਰਵਾ ਕੇ ਗਏ ਆ, ਐਮੀਗ੍ਰੇਸ਼ਨ ਜਿਹੜਾ ਪ੍ਰੋਸੈਸ ਕਿਹਾ ਜਾਂਦਾ ਉਹਨੂੰ ਐਮੀਗ੍ਰੇਸ਼ਨ ਕਿਹਾ ਜਾਂਦਾ ਹੈ। ਉੱਧਰੋਂ ਜਿਹੜਾ ਪ੍ਰੋਸੈਸ ਹੁੰਦਾ ਆਉਣ ਵਾਲਾ ਉਹਨੂੰ ਇਮੀਗ੍ਰੇਸ਼ਨ ਕਿਹਾ ਜਾਂਦਾ ਹੈ। ਇਹ ਪ੍ਰੋਸੈਸਸ ਦੇ ਨੇਮ ਨੇ ਪਲੱਸ ਜਿਹੜੇ ਪਰਸਨ ਦੀ ਗੱਲ ਕੀਤੀ ਜਾਵੇ ਤਾਂ ਉਹਨੂੰ ਇਮੀਗ੍ਰੈਂਟ ਔਰ ਐਮੀਗ੍ਰੈਂਟ ਆ ਜਿਹੜਾ ਉਹ ਕਿਹਾ ਜਾਂਦਾ ਹੈ। ਤਾਂ ਇੱਥੋਂ ਤੁਸੀਂ ਯਾਦ ਕਰਨਾ ਆਈ ਦਾ ਮਤਲਬ ਇਨ ਮਤਲਬ ਬਾਹਰੋਂ ਕੋਈ ਅੰਦਰ ਆ ਰਿਹਾ ਤਾਂ ਤੁਸੀਂ यूज करोगे इमीग्रेंट। ਜੇ ਕੋਈ ਅੰਦਰੋਂ ਬਾਹਰ ਜਾ ਰਿਹਾ ਮਤਲਬ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਜਾ ਰਿਹਾ ਤਾਂ ਉਹਦੇ ਵਾਸਤੇ ਤੁਸੀਂ ਇਹ ਵਾਲਾ ਐਮੀਗ੍ਰੈਂਟ ਹੈ ਜਿਹੜਾ ਉਹ ਯੂਜ਼ ਕਰੋਗੇ। ਆਈ ਹੋਪ ਤੁਹਾਨੂੰ ਦੋਨੋਂ ਵਰਡਸ ਦੇ ਵਿੱਚ ਡਿਫਰੈਂਸ ਆ ਜਿਹੜਾ ਪਤਾ ਲੱਗ ਹੋਵੇਗਾ। ਪਰ ਟ੍ਰਿਕ ਵੀ ਕੀਤੀ ਹੈ। ਆਈ ਮੀਨਸ ਇਨ ਮਤਲਬ ਬਾਹਰ ਅੰਦਰ ਆ ਰਿਹਾ, ਈ ਮੀਨਸ ਐਗਜ਼ਿਟ ਮਤਲਬ ਅੰਦਰੋਂ ਕੀ ਜਾ ਰਿਹਾ ਬਾਹਰ ਜਾ ਰਿਹਾ। ਕੋਈ ਦੇਸ਼ ਆਪਣਾ ਦੇਸ਼ ਛੱਡ ਕੇ ਕਿਸੇ ਹੋਰ ਦੇਸ਼ ਦੇ ਵਿੱਚ ਜਾ ਰਿਹਾ ਤਾਂ ਉਹ ਐਮੀਗ੍ਰੈਂਟ ਹੋਏਗਾ। ਕੋਈ ਬਾਹਰਲੇ ਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਆ ਰਿਹਾ ਤਾਂ ਉੱਥੇ ਕੀ ਹੋਏਗਾ ਉਹ ਇਮੀਗ੍ਰੈਂਟ ਹੈ ਜਿਹੜਾ ਆਪਾਂ ਯੂਜ਼ ਕਰਾਂਗੇ। ਆਈ ਹੋਪ ਤੁਹਾਨੂੰ ਜਿਹੜਾ ਇਮੀਗ੍ਰੈਂਟ ਔਰ ਇਮੀਗ੍ਰੈਂਟ ਦੇ ਵਿੱਚ ਜਿਹੜਾ ਡਿਫਰੈਂਸ ਉਹ ਪਤਾ ਲੱਗਿਆ ਹੋਏਗਾ। ਨੈਕਸਟ ਫਰੇਜ਼ ਹੈ ਜੀ ਤੁਹਾਡੇ ਕੋਲ a book or set of books giving information about all areas of knowledge। ਤਾਂ ਹੁਣ ਕੀ ਹੁੰਦਾ ਆਪਣੇ ਕੋਲੇ ਕੋਈ ਬੁੱਕ ਜਿਹੜੀ ਕਿ ਤੁਹਾਨੂੰ all ਏਰੀਆ ਦੀ ਇਨਫੋਰਮੇਸ਼ਨ ਦਿੰਦੀ ਹੋਵੇ ਤਾਂ ਉਹਨੂੰ ਕੀ ਕਿਹਾ ਜਾਏਗਾ। ਤਾਂ ਤੁਸੀਂ ਸਾਰਿਆਂ ਨੇ ਐਨਸਾਈਕਲੋਪੀਡੀਆ ਵਰਡ ਸੁਣਿਆ ਹੋਵੇਗਾ ਜਿਹਨੂੰ ਆਪਾਂ ਵਿਸ਼ਵ ਕੋਸ਼ ਵੀ ਕਹਿ ਦਿੰਦੇ ਹਾਂ। ਕੀ ਕਹਿ ਦਿੰਦੇ ਹਾਂ ਵਿਸ਼ਵ ਕੋਸ਼, ਜਿਹਦੇ ਵਿੱਚ ਤੁਹਾਨੂੰ ਹਰ ਇੱਕ ਫੀਲਡ ਦੀ ਜਾਣਕਾਰੀ ਹੈ ਜਿਹੜੀ ਮਿਲ ਜਾਂਦੀ ਹੈ। ਤੁਹਾਨੂੰ ਪੰਜਾਬੀ ਦਾ ਵੀ ਵਿਸ਼ਵ ਕੋਸ਼ ਹੁੰਦਾ ਹੈ, ਅੱਗੇ ਤੁਹਾਡੇ ਕੋਲੇ ਹਰ ਇੱਕ ਚੀਜ਼ ਦਾ ਵਿਸ਼ਵ ਕੋਸ਼ ਹੁੰਦਾ ਹੈ। ਪੰਜਾਬੀ ਦਾ ਵਿਸ਼ਵ ਕੋਸ਼ ਹੋਏਗਾ ਉਹਦੇ ਵਿੱਚ ਪੰਜਾਬੀ ਦੇ ਹਰ ਇੱਕ ਟੌਪਿਕ ਦੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਮਿਲ ਜਾਏਗੀ। ਸੋ ਅ ਬੁੱਕ ਆਰ ਸੈਟ ਆਫ ਬੁੱਕਸ ਗਿਵਿੰਗ ਇਨਫੋਰਮੇਸ਼ਨ ਅਬਾਊਟ ਆਲ ਏਰੀਆਜ਼ ਆਫ ਨੌਲੇਜ ਇਜ਼ ਕਾਲਡ ਐਨਸਾਈਕਲੋਪੀਡੀਆ। ਤੁਸੀਂ ਇਹ ਜਿਹੜਾ ਇਹ ਯਾਦ ਰੱਖਣਾ ਹੈ। ਨੈਕਸਟ ਹੈ ਜੀ ਤੁਹਾਡੇ ਕੋਲੇ ਥਰਡ ਨੰਬਰ ਫਰੇਜ਼ ਦੈਟ ਇਜ਼ ਦ ਸਟੇਟ ਆਫ ਬੀਇੰਗ ਅਨਮੈਰਿਡ ਬਾਈ ਚੋਇਸ। ਇੱਕ ਤਾਂ ਹੁੰਦਾ ਕਿ ਕੋਈ ਪਰਸਨ ਜਿਹਦੀ ਕਹਿ ਲਓ ਮੈਰਿਜ ਨਹੀਂ ਹੋਈ, ਜਿਹਨੂੰ ਆਪਾਂ ਕਹਿ ਇੱਕ ਤਾਂ ਕਹਿੰਦੇ ਆਪਾਂ ਕੁਆਰਾ ਕਹਿ ਦਿੰਦੇ ਹਾਂ ਨਾ, ਕਿਹਾ ਜਾਂਦਾ ਹੈਗਾ ਕੁਆਰੇ ਨੂੰ ਬੈਚਲਰ ਆਪਾਂ ਕੋਡ ਯੂਜ਼ ਕਰ ਲੈਣਾ। ਬਟ ਇੱਕ ਪਰਸਨ ਹੁੰਦਾ ਜਿਹੜਾ ਕਿ ਅਨਮੈਰਿਡ ਹੈ ਬਾਈ ਚੋਇਸ, ਮਤਲਬ ਇੱਛਾ ਦੇ ਨਾਲ ਹੈ ਜਿਹੜਾ ਉਹ ਵਿਆਹ ਨਹੀਂ ਕਰਵਾ ਰਿਹਾ, ਉਹ ਕਹਿ ਰਿਹਾ ਵੀ ਆਪਣਾ ਕਹਿ ਲਓ ਬਿਨਾਂ ਵਿਆਹ ਤੋਂ ਰਹਿ ਰਿਹਾ ਤੇ ਉਹਦੀ ਜਿਹੜੀ ਕਹਿ ਲਓ ਆਪਣੀ ਇੱਛਾ ਤੇ ਡਿਪੈਂਡ ਕਰਦਾ ਉਹਦੇ ਤੇ ਵੀ ਉਹ ਵਿਆਹ ਨਹੀਂ ਕਰਵਾ ਰਿਹਾ। ਤਾਂ ਇੱਛਾ ਦੇ ਨਾਲ ਜਿਹੜਾ ਕੋਈ ਪਰਸਨ ਵਿਆਹ ਨਹੀਂ ਕਰਵਾਉਂਦਾ ਤਾਂ ਉਹਦੇ ਵਾਸਤੇ ਵਰਡ ਯੂਜ਼ ਕੀਤਾ ਜਾਂਦਾ ਜੀ ਸੈਲੀਬੇਸੀ। ਤਾਂ ਦਾ ਸਟੇਟ ਆਫ ਬੀਇੰਗ ਅਨਮੈਰਿਡ ਬਾਈ ਚੋਇਸ ਇਜ਼ ਕਾਲਡ ਸੈਲੀਬੇਸੀ। ਤੇ ਤੁਸੀਂ ਸੈਲੀਬ੍ਰੇਟ ਤੋਂ ਯਾਦ ਰੱਖਦੇ ਹੋ ਵੀ ਸੈਲੀਬ੍ਰੇਟ ਕਰਦਾ ਜਿਹੜਾ ਪਰਸਨ ਵਿਆਹ ਨਹੀਂ ਕਰਵਾਉਂਦਾ ਕਦੋਂ ਤੇ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ, ਉਹ ਬੱਚਿਆਂ ਵਾਂਗ ਜਿਹੜਾ ਕੁਝ ਵੀ ਕਰਦਾ ਰਹਿੰਦਾ। ਸੋ ਸੈਲੀਬ੍ਰੇਸੀ ਵਰਡ ਯੂਜ਼ ਕੀਤਾ ਜਾਂਦਾ ਹੈ ਦ ਸਟੇਟ ਆਫ ਬੀਇੰਗ ਅਨਮੈਰਿਡ ਬਾਈ ਚੋਇਸ। ਨੈਕਸਟ ਫਰੇਜ਼ ਹੈ ਜੀ ਆਪਣੇ ਕੋਲ ਅ ਪਰਸਨ ਹੂ ਇਜ਼ 100 ਇਅਰਸ 올ਡ ਔਰ ਮੋਰ। ਤਾਂ ਇਹੋ ਜਿਹਾ ਪਰਸਨ ਜੋ ਕਿ 100 ਸਾਲ ਦਾ 100 ਈਅਰ 올ਡ ਹੈ ਜਾਂ ਫਿਰ 100 ਤੋਂ ਜ਼ਿਆਦਾ ਹੈ। 100 ਔਰ ਮੋਰ ਦੈਨ 100 ਈਅਰ 올ਡ ਦੇ ਪਰਸਨ ਵਾਸਤੇ ਕੀ ਵਰਡ ਯੂਜ਼ ਕੀਤਾ ਜਾਏਗਾ ਤੁਸੀਂ ਯਾਦ ਰੱਖਣਾ ਸੈਂਟੇਨੇਰੀਅਨ ਕਿਹਾ ਜਾਂਦਾ ਉਹਨੂੰ। ਤਾਂ ਹੁਣ ਤੁਸੀਂ ਸੈਂਚੁਰੀ ਵਰਡ ਸੁਣਿਆ ਹੋਣਾ, ਸੈਂਚੁਰੀ ਦਾ ਮਤਲਬ ਕੀ ਹੁੰਦਾ 100 ਸਾਲ ਦੀ ਗੱਲ ਕਰਦੇ ਨੇ ਤਾਂ 100 ਦੀ। ਸੈਂਚੁਰੀ ਦਾ ਮਤਲਬ ਹੁੰਦਾ ਜਦੋਂ ਕੋਈ ਚੀਜ਼ 100 ਪੂਰੇ ਕਰਦੇ ਤਾਂ ਉਹਨੂੰ ਆਪਾਂ ਸੈਂਚੁਰੀ ਕਹਿ ਦਿੰਦੇ ਹਾਂ। ਹੁਣ ਇੱਥੇ ਤੁਹਾਡੇ ਕੋਲ ਸੈਂਟੇਨੇਰੀਅਨ ਸੈਂਟ ਤੋਂ ਬਣਾ ਲੈਣਾ ਤੁਸੀਂ ਅਗੇਨ 100 ਤੇ ਐਨੇਰੀਅਨ ਦਾ ਮੀਨਿੰਗ ਹੁੰਦਾ ਤੁਹਾਡੇ ਕੋਲ ਸਾਲਾਂ ਦਾ। ਹੁਣ ਕੋਈ ਪਰਸਨ ਜਿਹੜਾ ਕਿ 100 ਸਾਲ ਦਾ ਜਾਂ 100 ਸਾਲ ਤੋਂ ਜ਼ਿਆਦਾ ਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਸੈਂਟੇਨੇਰੀਅਨ ਵਰਡ ਜਿਹੜਾ ਯੂਜ਼ ਕੀਤਾ ਜਾਂਦਾ। ਤਾਂ ਇੱਕ ਤੁਹਾਡੇ ਕੋਲ ਵਰਡ ਜਿਵੇਂ ਡਿਕੇਡ ਹੁੰਦਾ, ਡਿਕੇਡ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ 10 ਸਾਲ ਬਾਅਦ ਹੁੰਦੀ ਹੋਵੇ ਤਾਂ ਡਿਕੇਡ ਯੂਜ਼ ਕਰ ਲਿਆ ਜਾਂਦਾ। ਹੁਣ ਇੱਥੇ ਤੁਹਾਡੇ ਕੋਲ ਸੈਂਟੇਨੇਰੀਅਨ ਹੈ ਤਾਂ ਇਹਦਾ ਮਤਲਬ ਕੀ ਹੈ 100 ਸਾਲ। ਤਾਂ ਹਾਂਜੀ ਇਹ ਚੀਜ਼ ਜਿਹੜੀ ਤੁਸੀਂ ਧਿਆਨ ਚ ਰੱਖਣੀ। ਹੁਣ 4 ਫਰੇਜ਼ਸ ਹੈ ਜਿਹੜੀਆਂ ਆਪਾਂ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕੀਤੀਆਂ। ਬੇਸਿਕਲੀ ਆਪਣੇ 6 ਚੱਲਦੀਆਂ ਹੁੰਦੀਆਂ, ਹਰ ਇੱਕ ਕਲਾਸ ਦੇ ਵਿੱਚ ਆਪਾਂ 6 ਵਰਡ ਆ ਜਿਹੜੇ ਨਵੇਂ ਡਿਸਕਸ ਕਰਦੇ ਹੁੰਦੇ ਹਾਂ। 1 ਵਰਡ ਸਬਸਟੀਟਿਊਸ਼ਨ, ਈਡੀਅਮ, ਫਰੇਜ਼ਸ, ਸਿਨੋਨਿਮ, ਐਂਟੋਨਿਮਸ। ਅੱਜ ਤੁਹਾਡੇ ਕੋਲੇ ਹਰ ਇੱਕ ਟੌਪਿਕ ਦੇ 4-4 ਵਰਡ ਹੀ ਤੁਹਾਨੂੰ ਮਿਲਣਗੇ ਬਿਕੋਜ਼ ਆਪਾਂ ਇੱਕ ਨਿਊ ਟੌਪਿਕ ਹੈ ਜਿਹੜਾ ਅੱਜ ਡਿਸਕਸ ਕਰਾਂਗੇ। ਕਲਾਸ ਜ਼ਿਆਦਾ ਲੰਬੀ ਨਾ ਜਾਵੇ ਤਾਂ ਇਹਨਾਂ ਦਾ ਜਿਹੜਾ ਪੋਰਸ਼ਨ ਹੈ ਥੋੜਾ ਜਿਹਾ ਘੱਟ ਕੀਤਾ ਗਿਆ। ਦੇਖੋ ਜੀ first phrase is ਤੁਹਾਡੇ ਕੋਲੇ a person who leaves his country to live in another is called immigrant. Next we have discussed a book or set of books giving information about all areas of knowledge is called encyclopedia. The next phrase is the state of being unmarried by choice is called celibacy. And the last phrase that we have discussed is a person who is 100 years old or more is called centenarian. ਆਈ ਹੋਪ ਤੁਹਾਨੂੰ ਚਾਰ ਦੀਆਂ ਚਾਰ ਫਰੇਜ਼ਾਂ ਜਿਹੜੀਆਂ ਇਹ ਚੰਗੇ ਤਰੀਕੇ ਨਾਲ ਯਾਦ ਹੋਈਆਂ ਹੋਣਗੀਆਂ। ਇਹਨਾਂ ਦੇ ਵਨ ਵਰਡ ਆ ਜਿਹੜੇ ਤੁਸੀਂ ਧਿਆਨ ਨਾਲ ਪੜ੍ਹਦੇ ਹੋਣੇ ਆ। ਨੈਕਸਟ ਟੌਪਿਕ ਜੋ ਆਪਾਂ ਡਿਸਕਸ ਕਰਨਾ ਹੈ ਦੈਟ ਇਜ਼ ਈਡੀਅਮਸ ਐਂਡ ਫਰੇਜ਼ਸ। ਤਾਂ ਈਡੀਅਮ ਫਰੇਜ਼ਸ ਤੁਹਾਨੂੰ ਪਤਾ ਲੱਗ ਹੀ ਗਿਆ, ਮੁਹਾਵਰਿਆਂ ਨੂੰ ਆਪਾਂ ਕਹਿ ਦਿੰਦੇ ਹਾਂ। ਹਾਂਜੀ ਤਾਂ ਇੰਗਲਿਸ਼ ਦੇ ਵਿੱਚ ਵੀ ਆਪਣੇ ਕੋਲੇ ਕੁਝ ਮੁਹਾਵਰੇ ਹੁੰਦੇ ਆ ਪਲੱਸ ਉਹਨਾਂ ਦੇ ਮੀਨਿੰਗ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਂਦੇ ਆ। ਦੇਖੋ ਜੀ ਤਾਂ ਫਰਸਟ ਆਪਣੇ ਕੋਲੇ ਫਰੇਜ਼ ਹੈ ਜਿਹਦਾ ਆਪਾਂ ਈਡੀਅਮ ਡਿਸਕਸ ਕਰਨਾ। ਫਰਸਟ ਈਡੀਅਮ ਹੈ ਤੁਹਾਡੇ ਕੋਲ ਟਾਈਮ ਇਜ਼ ਮਨੀ। ਤਾਂ ਹੁਣ ਇਹ ਤੁਸੀਂ ਜਿਹੜੇ ਹੈਗੇ ਇੱਕ ਪ੍ਰੋਵਰਬ ਵੀ ਕਹਿ ਸਕਦੇ ਹੋ ਟਾਈਮ ਇਜ਼ ਮਨੀ। ਤਾਂ ਇੱਕ ਕੀ ਹੈ ਸੇਇੰਗ ਹੈ ਵੀ ਕਹਿੰਦੇ ਹੁੰਦੇ ਵੀ ਸਮਾਂ ਬਹੁਤ ਕੀਮਤੀ ਹੈ, ਸਮਾਂ ਤਾਂ ਪੈਸਾ ਹੈ। ਮਤਲਬ ਕੀ ਹੁੰਦਾ ਵੀ ਜਿਹੜਾ ਆਪਣੇ ਕੋਲੇ ਟਾਈਮ ਹੁੰਦਾ ਉਹ ਆਪਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਤੇ ਕੋਈ ਕੰਮ ਜਿਹੜਾ ਜਦੋਂ ਤੁਸੀਂ ਅੱਜ ਦਾ ਕੰਮ ਜਿਹੜਾ ਅੱਜ ਹੀ ਕਰੋ ਕੱਲ੍ਹ ਦੇ ਉੱਤੇ ਨਾ ਛੱਡੋ, ਉਹੀ ਸੇਮ ਚੀਜ਼ ਜਿਹੜਾ ਤੁਹਾਡੇ ਕੋਲੇ ਇਸ ਵੇ ਦਾ ਮੀਨਿੰਗ ਤੁਸੀਂ ਦੇਖੋਗੇ ਟਾਈਮ ਇਜ਼ ਮਨੀ ਮੀਨਿੰਗ ਹੈ ਤੁਹਾਡੇ ਕੋਲੇ ਜਿਵੇਂ ਪੈਸਾ
ਹੱਥ ਦੀ ਮੈਲ ਆ, ਬਟ ਟਾਈਮ ਹੱਥ ਦਾ ਹੀ ਐਵੇਂ ਚੱਲਦਾ ਜਾਂਦਾ, ਮਤਲਬ ਰੁਕਦਾ ਨਹੀਂ ਹੈ। ਸੋ ਤੁਸੀਂ ਕੀ ਕਰਨਾ ਹੈ, ਕੁਇਕਲੀ ਕੋਈ ਵੀ ਕੰਮ ਜਿਹੜਾ ਤੁਹਾਨੂੰ ਦਿੱਤਾ ਜਾ ਰਿਹਾ ਉਹਨੂੰ ਕਰਨਾ ਹੈ, ਉਹਨੂੰ ਤੁਸੀਂ ਅੱਗੇ ਦੇ ਉੱਤੇ ਨਹੀਂ ਪਾਉਣਾ। ਸੋ ਟੂ ਵਰਕ ਕੁਇਕਲੀ ਇਨ ਦਾ ਟਾਈਮ ਦੈਟ ਇਜ਼ ਲੈਫਟ, ਟੂ ਵਰਕ ਕੁਇਕਲੀ ਇਨ ਦਾ ਟਾਈਮ ਦੈਟ ਇਜ਼ ਲੈਫਟ। ਟਾਈਮ ਇਜ਼ ਮਨੀ ਦਾ ਮੀਨਿੰਗ ਕੀ ਹੈ, ਜਿਹੜਾ ਵੀ ਕੰਮ ਤੁਹਾਡਾ ਰਹਿ ਗਿਆ ਤੁਹਾਨੂੰ ਕੀ ਕਰੋ, ਛੇਤੀ ਛੇਤੀ ਨਿਬੇੜੋ, ਤੇ ਟਾਈਮ ਹੈ ਜਿਹੜਾ ਤੁਹਾਡੇ ਕੋਲੇ ਥੋੜਾ ਰਹਿ ਗਿਆ। ਅੱਗੇ ਤੁਹਾਡੇ ਕੋਲੇ ਫਰੇਜ਼ ਹੈ ਜੀ ਲਾਈਕ ਟੂ ਪੀਸ ਇਨ ਅ ਪॉट। ਪੀਸ ਦਾ ਮੀਨਿੰਗ ਕੀ ਹੁੰਦਾ ਹੈ, ਦਾਣਿਆਂ ਵਾਸਤੇ ਆਪਾਂ ਯੂਜ਼ ਕਰ ਰਹੇ ਹਾਂ। ਜਿਵੇਂ ਆਪਣੇ ਕੋਲੇ ਮਟਰ ਦੀ ਫਲੀ ਹੁੰਦੀ ਹੈ, ਇਹ ਲਾ ਲਓ ਆਪਣੇ ਕੋਲ ਮਟਰ ਦੀ ਫਲੀ ਹੈ, ਤਾਂ ਇਹਦੇ ਵਿੱਚ ਕੀ ਹੁੰਦੇ ਆ, ਦਾਣੇ ਹੁੰਦੇ ਆ, ਗੋਲ ਮਟੋਲ ਜਿਹੇ ਦਾਣੇ ਹੁੰਦੇ ਨੇ। ਉਹਨੇ ਮਟਰ ਦੀ ਇੱਕ ਫਲੀ ਹੈ ਜਿਹਨੂੰ ਆਪਾਂ ਕਹਾਂਗੇ ਪੌੜ। ਜਿਹੜਾ ਉੱਪਰ ਵਾਲਾ ਫੋਲਕ ਹੋਏਗਾ ਉਹਨੂੰ ਪੌੜ ਕਿਹਾ ਜਾਂਦਾ, ਤੇ ਜਿਹੜੇ ਵਿੱਚ ਦਾਣੇ ਨੇ, ਦਾਣਿਆਂ ਨੂੰ ਕੀ ਕਿਹਾ ਜਾਂਦਾ ਜੀ, ਉਹਨਾਂ ਨੂੰ ਪੀ ਕਿਹਾ ਜਾਂਦਾ ਹੈ, ਪੀ। ਤਾਂ ਹੁਣ ਜ਼ਿਆਦਾ ਗਿਣਤੀ ਚ ਹੁੰਦੇ ਆ, ਸੋ ਪਲੂਰਲ ਫਾਰਮ ਪੀ ਵਰਡ ਯੂਜ਼ ਕੀਤਾ ਜਾਂਦਾ ਹੈ। ਸੋ ਲਾਈਕ ਟੂ ਪੀਸ ਇਨ ਅ ਪੌੜ ਮੀਨਿੰਗ ਕੀ ਹੁੰਦਾ ਹੈ, ਜਿਹੜੇ ਹੁਣ ਆਪਾਂ ਦੇਖੋ ਦਾਣੇ ਹੋਣਗੇ, ਤੇ ਦਾਣੇ ਇੱਕ ਦੂਜੇ ਦੇ ਨਾਲ ਰਹਿਣਗੇ, ਤੇ ਪੌੜ ਦੇ ਇੱਕੋ ਪੌੜ ਦੇ ਵਿੱਚ ਜਦੋਂ ਜ਼ਿਆਦਾਤਰ ਦਾਣੇ ਰਹਿ ਰਹੇ, ਤਾਂ ਮੀਨਿੰਗ ਤੁਸੀਂ ਕਿੱਥੋਂ ਕੱਢ ਲੈਣਾ, ਪੀ ਟੂਗੈਦਰ ਆਲਵੇਜ਼। ਤਾਂ ਇਹੋ ਜਿਹੇ ਪਰਸਨ ਜਾਂ ਥਿੰਗਸ ਵਾਸਤੇ ਤੁਸੀਂ ਯੂਜ਼ ਕਰੋਗੇ ਜਿਹੜੇ ਕਿ ਹਮੇਸ਼ਾ ਨਾਲ ਰਹਿੰਦੇ ਨੇ, ਲਾਈਕ ਟੂ ਪੀਸ ਇਨ ਪੌੜ ਫਰੇਜ਼ ਦਾ। ਨੈਕਸਟ ਹੈ ਤੁਹਾਡੇ ਕੋਲ ਥਰਡ ਨੰਬਰ ਫਰੇਜ਼ ਦੈਟ ਇਜ਼ ਲਾਈਕ ਰਾਈਡਿੰਗ ਅ ਬਾਈਸਾਈਕਲ। ਤਾਂ ਹੁਣ ਸੇਮ ਚੀਜ਼ ਤੁਸੀਂ ਧਿਆਨ ਦੇ ਵਿੱਚ ਇਹ ਚੀਜ਼ ਦੇਖੀ ਹੋਣੀ ਹੈ ਕਿ ਜਿਹੜਾ ਪਰਸਨ ਹੈ ਜਿਹੜਾ ਬਾਈਸਾਈਕਲ ਇੱਕ ਵਾਰ ਚਲਾਉਣਾ ਸਿੱਖ ਗਿਆ, ਇਸ ਤੋਂ ਬਾਅਦ ਪੂਰੀ ਉਮਰ ਹੈ ਜਿਹੜਾ ਉਹ ਬਾਈਸਾਈਕਲ ਭੁੱਲ ਬੈਠਿਆ। ਮਤਲਬ ਸਾਈਕਲ ਚਲਾਉਣਾ ਤੁਸੀਂ ਇੱਕ ਵਾਰ ਸਿੱਖ ਗਏ ਤਾਂ ਤੁਸੀਂ ਚਾਹੇ ਬਿਲਕੁਲ ਨਾ ਚਲਾਓ, ਬਿਲਕੁਲ ਬੁੱਢੇ ਹੋ ਗਏ, ਤੇ ਬੁੱਢੇ ਹੋ ਕੇ ਵੀ ਜੇ ਤੁਸੀਂ ਸਾਈਕਲ ਚਲਾਉਣ ਨੂੰ ਤੁਹਾਨੂੰ ਕਹਿੰਦਾ ਨਾ ਕਿ ਤੁਸੀਂ ਭੁੱਲੇ ਨਹੀਂ ਹੋਗੇ, ਤੁਹਾਨੂੰ ਸਾਈਕਲ ਹੈ ਜਿਹੜਾ ਉਦੋਂ ਵੀ ਚਲਾਉਣਾ ਆਉਂਦਾ। ਸੋ ਲਾਈਕ ਰਾਈਡਿੰਗ ਅ ਬਾਈਸਾਈਕਲ ਦਾ ਮੀਨਿੰਗ ਹੁੰਦਾ ਹੈ ਅ ਸਕਿੱਲ ਦੈਟ ਯੂ ਲਰਨ ਐਂਡ ਨੈਵਰ ਫॉरगेट। ਇਹੋ ਜਿਹੀ ਸਕਿੱਲ ਜਿਹੜੀ ਤੁਸੀਂ ਇੱਕ ਵਾਰ ਸਿੱਖ ਲਈ ਤੇ ਮੁੜ ਕੇ ਜਿਹੜਾ ਤੁਸੀਂ ਉਹਨੂੰ ਭੁੱਲਦੇ ਨਹੀਂ ਹੈਗੇ, ਤਾਂ ਉਹਦੇ ਵਾਸਤੇ ਤੁਸੀਂ ਫਰੇਜ਼ ਯੂਜ਼ ਕਰ ਲੈਂਦੇ ਹੋ ਲਾਈਕ ਰਾਈਡਿੰਗ ਅ ਬਾਈਸਾਈਕਲ। ਅੱਗੇ ਹੈਗਾ ਇਹ 4 ਨੰਬਰ ਤੇ ਦੈਟ ਇਟਸ ਨਾਟ ਰॉकेट ਸਾਇੰਸ। ਇਹ ਯੂਜ਼ ਆਪਾਂ ਕਰਦੇ ਹਾਂ, ਇਟਸ ਨਾਟ ਰॉकेट ਸਾਇੰਸ ਮਤਲਬ ਕੋਈ ਇਹੋ ਜਿਹੀ ਚੀਜ਼ ਜਿਹੜੀ ਕਿ ਜ਼ਿਆਦਾ ਡਿਫਿਕਲਟ ਨਹੀਂ ਹੈ, ਬਹੁਤ ਜ਼ਿਆਦਾ ਕਹ ਲਓ ਈਜ਼ੀ ਹੈ। ਸੋ ਇਟਸ ਨਾਟ ਰॉकेट ਸਾਇੰਸ ਮੀਨਿੰਗ ਹੁੰਦਾ ਤੁਹਾਡੇ ਕੋਲ ਨਾਟ ਦੈਟ ਡਿਫਿਕਲਟ ਟੂ ਕੰਪਰੀਹੈਂਡ। ਇਹੋ ਜਿਹੀ ਚੀਜ਼ ਜਿਹੜੀ ਕਿ ਜਿਹਦੇ ਨਾਲ ਨਜਿੱਠਣਾ, ਜਿਹਦੇ ਨਾਲ ਕੰਮ ਕਰਨਾ ਔਖਾ ਨਾ ਹੋਵੇ, ਤਾਂ ਉਹਦੇ ਵਾਸਤੇ ਤੁਸੀਂ ਫਰੇਜ਼ ਯੂਜ਼ ਕਰੋਗੇ ਇਟਸ ਨਾਟ ਰॉकेट ਸਾਇੰਸ। ਆਈ ਹੋਪ ਤੁਹਾਨੂੰ ਚਾਰ ਫਰੇਜ਼ਸ ਜੋ ਆਪਾਂ ਡਿਸਕਸ ਕੀਤੀਆਂ ਆਈਡੀਆ ਫਰੇਜ਼ਸ ਦੇ ਵਿੱਚ ਕਲੀਅਰ ਹੋ ਗਿਆ ਹੋਣਗੀਆਂ। ਇੱਕ ਵਾਰ ਕੋਈ ਰਿਵੀਜ਼ਨ ਲੈਣੇ ਦੇਖੋ ਜੀ। First phrase time is money meaning in that work quickly in the time that is left. Next phrase is like two peas in a pot meaning is to be always together. Next as we are people like riding a bicycle meaning is a skill that you learn and never forget. And the next phrase that we have discussed is it's not rocket science meaning is not that difficult to comprehend. I hope ਤੁਹਾਨੂੰ ਜਿਹੜੇ ਇਹ phrases clear ਨੇ। Next topic ਜੋ ਆਪਾਂ discuss ਕਰਾਂਗੇ vocab ਦੇ ਵਿੱਚ that is synonym antonym ਸਮਾਨਾਰਥੀ and ਵਿਰੋਧੀ शब्द। हाँ जी, तो समानार्थी सेम मीनिंग synonym and the opposite meaning is called antonym ਵਿਰੋਧੀ शब्द। फर्स्ट वर्ड है ਜਿਹੜਾ ਤੁਹਾਡੇ ਕੋਲੇ ਆਜਾ ਉਹ ਹੈ deceit। ਹੁਣ deceive word ਆਪਾਂ ਕਾਫੀ ਵਾਰ ਡਿਸਕਸ ਕਰ ਚੁੱਕੇ ਹਾਂ। deceit ਦਾ ਵੀ ਸੇਮ ਹੀ ਮੀਨਿੰਗ ਹੈ, deceive ਦਾ ਵੀ ਸੇਮ ਹੀ ਮੀਨਿੰਗ ਹੈ। deceive ਦਾ ਮਤਲਬ ਕੀ ਹੁੰਦਾ ਕਿਸੇ ਨੂੰ ਧੋਖਾ ਦੇਣਾ। ਸੋ deceit ਦਾ ਮੀਨਿੰਗ ਵੀ ਤੁਹਾਡੇ ਕੋਲ ਕੀ ਹੁੰਦਾ ਧੋਖਾ। ਸੋ ਕਿਸੇ ਨੂੰ ਚੀਟ ਕੀਤਾ ਜਾ ਰਿਹਾ ਧੋਖਾ, ਸੋ deceit। ਨੈਕਸਟ ਹੈ ਜੀ ਤੁਹਾਡੇ ਕੋਲ synonyms ਤਾਂ fraud। ਤੁਸੀਂ ਸੁਣਿਆ ਹੋਣਾ fraud ਕੀਤਾ ਜਾ ਰਿਹਾ, ਅਗੇਨ fraud ਉਹੀ ਹੋਊਗਾ ਨਾ ਜਦੋਂ ਕੋਈ ਪਰਸਨ ਕਿਸੇ ਨੂੰ ਚੀਟ ਕਰੂਗਾ, deceive ਕਰੂਗਾ। ਨੈਕਸਟ ਹੈ ਜੀ ਡੁਪਲੀਸਿਟੀ। ਫਰਾਡ ਐਂਡ ਡੁਪਲੀਸਿਟੀ ਤੁਹਾਡੇ ਕੋਲ ਕੀ ਆ ਜਾਣਗੇ ਸਿਨੋਨਿਮ ਆ ਜਾਣਗੇ। ਤੇ ਡੁਪਲੀਸਿਟੀ ਡੁਪਲੀਕੇਟ ਤੋਂ ਤੁਸੀਂ ਯਾਦ ਕਰ ਲੈਣਾ ਵੀ ਡੁਪਲੀਕੇਟ ਚੀਜ਼ ਬਣਾਈ ਹੋਈ ਹੈ। ਹੁਣ ਇੱਕ ਤਾਂ ਅਸਲੀ ਚੀਜ਼ ਹੈ, ਇੱਕ ਡੁਪਲੀਕੇਟ ਹੈ। ਹੁਣ ਜਿਹੜੀ ਡੁਪਲੀਕੇਟ ਹੋਏਗੀ ਉਹ ਤਾਂ ਧੋਖਾ ਦੇਣ ਵਾਸਤੇ ਬਣਾਈ ਹੈ ਨਾ, ਅਸਲੀ ਦੀ ਥਾਂ ਤੇ ਕੋਈ ਪਰਸਨ ਦੇ ਰਿਹਾ। ਸੋ ਡੁਪਲੀਕੇਟ ਡੁਪਲੀਸਿਟੀ ਐਂਡ ਫਰਾਡ ਤੁਹਾਡੇ ਸਿਨੋਨਿਮ ਨੇ। ਆਪੋਜ਼ਿਟ ਵਰਡ ਹੈ ਜੀ ਫੇਅਰਨੈਸ ਮਤਲਬ ਓਨੈਸਟ ਹੈ, ਕੋਈ ਚੀਜ਼ ਸਹੀ ਹੈ। ਐਂਡ ਨੈਕਸਟ ਵਰਡ ਇਜ਼ ਓਨੈਸਟੀ। ਫੇਅਰਨੈਸ ਐਂਡ ਓਨੈਸਟੀ ਤੁਹਾਡੇ ਆਪੋਜ਼ਿਟ ਵਰਡਸ ਨੇ ਕਿਹੜੇ ਵਰਡ ਦੇ ਡਿਸੀਟ ਦੇ। ਨੈਕਸਟ ਵਰਡ ਹੈ ਜੀ ਆਪਣੇ ਕੋਲ ਐਰੋਜਾਈਟ। ਐਰੋਡਾਈਟ ਦਾ ਮੀਨਿੰਗ ਕੀ ਹੁੰਦਾ ਹੈ ਕੋਈ ਇਹੋ ਜਿਹਾ ਪਰਸਨ ਜਿਹੜਾ ਬਹੁਤ ਜ਼ਿਆਦਾ ਸਕਾਲਰ ਹੋਵੇ, ਨੌਲੇਜੇਬਲ ਹੋਵੇ, ਵਿਦਵਾਨ ਹੋਵੇ, ਜਿਹਨੂੰ ਬਹੁਤ ਸਾਰਾ ਗਿਆਨ ਹੋਵੇ। ਸੋ ਉਹਦੇ ਵਾਸਤੇ ਤੁਸੀਂ ਯੂਜ਼ ਕਰਦੇ ਹੋ ਜੀ ਵਰਡ ਐਰੋਡਾਈਟ। ਵਿਦਵਾਨ ਵਾਸਤੇ ਆਪਾਂ ਯੂਜ਼ ਕਰਦੇ ਹਾਂ ਸੈਨੋਨਿਮ ਨੇ ਤੁਹਾਡੇ ਕੋਲ ਨੌਲੇਜੇਬਲ। ਨੌਲੇਜ ਦਾ ਮਤਲਬ ਗਿਆਨ ਤੇ ਨੌਲੇਜੇਬਲ ਮਤਲਬ ਇਹੋ ਜਿਹਾ ਪਰਸਨ ਜਿਹਨੂੰ ਬਹੁਤ ਜ਼ਿਆਦਾ ਨੌਲੇਜ ਹੈ। ਲਿਟਰੇਟ ਪੜ੍ਹਿਆ ਲਿਖਿਆ। ਸਕਾਲਰਲੀ ਅਗੇਨ ਵਿਦਵਾਨ ਵਾਸਤੇ ਯੂਜ਼ ਕੀਤਾ ਜਾਂਦਾ ਜਿਹਨੂੰ ਬਹੁਤ ਨੌਲੇਜ ਹੋਵੇ। ਆਪੋਜ਼ਿਟ ਵਰਡ ਕੀ ਆ ਜਾਣਗੇ ਕੋਈ ਇਹੋ ਜਿਹਾ ਪਰਸਨ ਜਿਹੜਾ ਅਨਪੜ੍ਹ ਹੈ, ਅਨਐਜੂਕੇਟਡ ਹੈ। ਸੋ ਅਨਐਜੂਕੇਟਡ ਇਲਿਟਰੇਟ ਤੁਸੀਂ ਵਰਡ ਯੂਜ਼ ਕਰ ਸਕਦੇ ਹੋ ਕਾਮਨ ਐਂਡ ਇਗਨੋਰੈਂਟ। ਇਹ ਤੁਹਾਡੇ ਆਪੋਜ਼ਿਟ ਵਰਡ ਨੇ erudite ਤੇ। erudite ਮੀਨਿੰਗ ਹੁੰਦਾ ਵਿਦਵਾਨ, knowledgeable, literate, scholarly synonym and opposite words are uneducated, common or ignorant। next word is gullible। gullible ਵੀ ਆਪਾਂ ਕਾਫੀ ਵਾਰ ਡਿਸਕਸ ਕੀਤਾ, ਤੁਹਾਨੂੰ one word substitution ਦੇ ਵਿੱਚ ਵੀ ਇਹ ਵਰਡ ਕਰਵਾਇਆ ਗਿਆ ਸੀ। ਸੋ gullible ਦਾ ਮੀਨਿੰਗ ਹੁੰਦਾ ਇਹੋ ਜਿਹਾ ਪਰਸਨ ਜਿਹਨੂੰ ਈਜ਼ੀਲੀ ਆਪਾਂ ਧੋਖਾ ਦੇ ਸਕਦੇ ਹੋਈਏ ਹਨਾ। ਤਾਂ ਉੱਥੇ ਤੁਹਾਡੇ ਕੋਲ ਆ ਜਾਂਦਾ ਵਰਡ gullible ਮੀਨਿੰਗ ਹੁੰਦਾ ਕੋਈ ਭੋਲਾ ਭਾਲਾ ਇਨੋਸੈਂਟ ਜਿਹਾ ਪਰਸਨ। ਸੋ ਨੇਵ ਦਾ ਮੀਨਿੰਗ ਹੁੰਦਾ ਨੌ ਸਿੱਖਿਆ ਆਪਾਂ ਕਹਿ ਦਿੰਦੇ ਹਾਂ ਜਿਹਨੂੰ ਬਿਲਕੁਲ ਵੀ ਅਨੁਭਵ ਨਹੀਂ, ਨਵਾਂ ਜਿਹਾ। ਨੈਕਸਟ ਹੈ ਜੀ ਕ੍ਰੈਡੂਲਸ ਜ਼ੀਰੋ ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ, ਬਹੁਤ ਜ਼ਿਆਦਾ ਆਪਾਂ ਕਹਿ ਲਓ ਭੋਲਾ ਜਿਹਾ। ਨੈਕਸਟ ਹੈ ਜੀ ਇਨੋਸੈਂਟ। ਅਗੇਨ ਇਨੋਸੈਂਟ ਦਾ ਮੀਨਿੰਗ ਤੁਹਾਨੂੰ ਪਤਾ ਹੀ ਹੈ ਭੋਲਾ ਹੋਣਾ। ਅੱਗੇ ਤੁਹਾਡੇ ਕੋਲੇ ਆਪੋਜ਼ਿਟ ਵਰਡਸ ਦਾ ਵੈਰੀ ਐਂਡ ਸਸੈਪਟੀਕਲ ਜਿਹੜੇ ਤੁਹਾਡੇ ਕੋਲੇ ਆਪੋਜ਼ਿਟ ਵਰਡਸ ਨੇ ਕਿਹੜੇ ਵਰਡ ਦੇ ਗਲੀਬਲ ਦੇ। ਤਾਂ ਹੁਣ ਵੈਰੀ ਤੁਸੀਂ ਵੈਰੀ ਤੋਂ ਬਣਾ ਲੈਣਾ, ਵੈਰੀ ਪੰਜਾਬੀ ਚ ਵਰਡ ਯੂਜ਼ ਕਰਦੇ ਆ। ਵੈਰੀ ਮਤਲਬ ਹੁੰਦਾ ਕਿਸੇ ਦਾ ਦੁਸ਼ਮਣ ਹੋਣਾ।
सो हुण गली वाली कहता भोला भाला पर्सन है तो ओपोजिट ਉਹਦਾ ਕੀ ਆਏਗਾ ਕੋਈ ਪਰਸਨ ਦੂਸਰੇ ਦਾ ਦੁਸ਼ਮਣ ਹੈ ਸੋ ਵੈਰੀ ਵਰਡ ਆ ਜਾਏਗਾ ਨੈਕਸਟ ਹੈ ਜੀ ਤੁਹਾਡੇ ਕੋਲ ਸਸੈਪਟੀਕਲ ਤੇ ਤੁਸੀਂ ਇਹ ਜਿਹੜੇ ਯਾਦ ਕਰਨੇ ਆ ਅੱਗੇ ਆਪਣੇ ਕੋਲ ਵਰਡ ਹੈ ਜੀ ਜੰਬਲ ਹੁਣ ਤੁਸੀਂ ਪੈਰਾ ਜੰਬਲ ਵਰਡ ਸੁਣਿਆ ਹੋਣਾ ਤੁਹਾਡੇ ਕੋਲੇ ਜਿਹੜੇ ਵੋਕੈਬ ਦੇ ਵਿੱਚ ਆਪਣਾ ਕੁਐਸਚਨ ਪੁੱਛੇ ਜਾਂਦੇ ਆ ਗ੍ਰਾਮਰ ਕੁਐਸਚਨ ਦੇ ਵਿੱਚ ਚਾਰ ਆਪਣੇ ਕੋਲੇ ਵਰਡ ਦਿੱਤੇ ਹੁੰਦੇ ਸੈਂਟੈਂਸਸ ਦਿੱਤੇ ਹੁੰਦੇ ਜਿਨ੍ਹਾਂ ਨੂੰ ਤੁਸੀਂ ਕੀ ਆਉਣਾ ਹੁੰਦਾ ਸੀਰੀਜ਼ ਦੇ ਵਿੱਚ ਲਾਉਣਾ ਹੁੰਦਾ ਵੀ ਪੀ ਕਿਊ ਆਰ ਐਸ ਐਸ ਤਰੀਕੇ ਨਾਲ ਆ ਜਿਹੜੇ ਤੁਹਾਨੂੰ ਚਾਰ ਸੈਂਟੈਂਸਸ ਦਿੱਤੇ ਹੋਣਗੇ ਜਿਨ੍ਹਾਂ ਨੂੰ ਤੁਸੀਂ ਸੀਰੀਜ਼ ਚਲਾਉਣਾ ਹੁੰਦਾ ਪਹਿਲਾਂ ਪੀ ਆਓ ਫਿਰ ਕਿਊ ਆਓ ਫਿਰ ਆਰ ਆਓ ਫਿਰ ਐਸ ਆਓ ਜਾਂ ਕਿਸ ਤਰੀਕੇ ਨਾਲ ਜਿਹੜਾ ਉਹਨਾਂ ਦੀ ਸੀਰੀਜ਼ ਬਣੇਗੀ ਸੋ ਆਪੋਜ਼ਿਟ ਦਿੱਤੇ ਹੁੰਦੇ ਆ ਉਲਟੇ ਫੁਲਟੇ ਕਰਕੇ ਦਿੱਤੇ ਹੁੰਦੇ ਆ ਤਾਂ ਉਹਨਾਂ ਨੂੰ ਕੀ ਕਿਹਾ ਜਾਂਦਾ ਪੈਰਾ ਜੰਬਲ ਕਿਹਾ ਜਾਂਦਾ ਸੋ ਤੁਹਾਡੇ ਕੋਲ ਇੱਕ ਜੰਬਲ ਵਰਡ ਲਿਖਿਆ ਹੋਇਆ ਜੰਬਲ ਦਾ ਮਤਲਬ ਹੁੰਦਾ ਜਿਹੜੀ ਚੀਜ਼ ਇੱਧਰ ਉੱਧਰ ਕਰਕੇ ਦਿੱਤੀ ਹੋਵੇ ਗੜਬੜ ਜੀ ਕਰਕੇ ਦਿੱਤੀ ਹੋਵੇ ਸੋ ਗੜਬੜ ਵਰਡ ਹੁੰਦਾ ਮੀਨਿੰਗ ਨੈਕਸਟ ਤੁਹਾਡੇ ਕੋਲ ਸਿਨੋਨਿਮ ਨੇ ਸੋ ਮਿਕਸ ਅਪ ਕਨਫਿਊਜ਼ ਔਰ ਫਡਲ ਜਿਹੜਾ ਤੁਹਾਡੇ ਕੋਲ ਹੈਗਾ ਸਿਨੋਨਿਮ ਨੇ ਆਪੋਜ਼ਿਟ ਵਰਡ ਹੈ ਜੀ ਤੁਹਾਡੇ ਕੋਲ ਅਰੇਂਜ ਔਰ ਆਰਡਰ ਕੋਈ ਚੀਜ਼ ਅਰੇਂਜ ਦੇ ਵਿੱਚ ਅਰੇਂਜ ਕੀਤੀ ਹੋਈ ਹੈ ਐਂਡ ਆਰਡਰ ਦੇ ਵਿੱਚ ਹੈਗੀ ਆ ਜਾਊਗਾ ਤੁਹਾਡੇ ਕੋਲ ਆਪੋਜ਼ਿਟ ਵਰਡ ਆ ਜਾਏਗਾ ਅਗੇਨ ਤੁਹਾਡੇ ਕੋਲ ਜਿਹੜੇ ਵਰਡ ਜਿੰਨੇ ਆਪਾਂ ਡਿਸਕਸ ਕੀਤੇ ਇੱਕ ਵਾਰ ਕੋਈ ਰਿਵੀਜ਼ਨ ਲਵਾਂਗੇ ਹਾਂਜੀ ਤਾਂ ਫਰਸਟ ਵਰਡ ਸੀ ਤੁਹਾਡੇ ਕੋਲੇ that is deceit deceit ਦਾ ਮੀਨਿੰਗ ਹੁੰਦਾ ਕੋਈ ਚੀਜ਼ ਜਿਹੜੀ ਧੋਖਾ ਦੇਣ ਵਾਸਤੇ ਬਣੀ ਹੋਵੇ ਸੋ fraud duplicity ਐਂਡ opposite word ਕੀ ਆਪਣੇ ਕੋਲੇ fairness and honesty next word ਹੈ ਜੀ ਤੁਹਾਡੇ ਕੋਲੇ erudite meaning ਹੁੰਦਾ ਵਿਦਵਾਨ knowledgeable literate and scholarly synonym ਨੇ opposite word ਆਪਣੇ ਕੋਲੇ uneducated ਕਾਮਨ ਔਰ ਇਗਨੋਰੈਂਟ ਆ ਜਾਏਗਾ ਅੱਗੇ ਆਪਣੇ ਕੋਲੇ ਸਿਨੋਨਿਮ ਐਂਟੋਨਿਮ ਦੇ ਵਿੱਚ ਵਰਡ ਗਲੀ ਮੀਨਿੰਗ ਹੁੰਦਾ ਭੋਲਾ ਭਾਲਾ ਹੋਣਾ ਇਹ ਕ੍ਰੈਡਲੈਸ ਐਂਡ ਇਨੋਸੈਂਟ ਸਿਨੋਨਿਮ ਨੇ ਆਪੋਜ਼ਿਟ ਵਰਡ ਵੈਰੀ ਔਰ ਸਕੈਪਟੀਕਲ ਨੈਕਸਟ ਵਰਡ ਇਸ ਜੰਬਲ ਜੰਬਲ ਦਾ ਮਤਲਬ ਕੀ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਜਿਹੜੀ ਗੜਬੜ ਜੀ ਕਰਕੇ ਦਿੱਤੀ ਹੋਵੇ ਇੱਧਰ ਉੱਧਰ ਜੇ ਕਰਕੇ ਰੱਖੀ ਹੋਈ ਹੋਵੇ ਸੋ ਮੇਕਸ ਅਪ ਕਨਫਿਊਜ਼ ਫਰਦਰ ਤੁਹਾਡੇ ਸਿਨੋਨਿਮ ਨੇ ਆਪੋਜ਼ਿਟ ਵਰਡ ਹੈ ਜੀ ਆਪਣੇ ਕੋਲੇ ਅਰੇਂਜ ਔਰ ਆਰਡਰ ਇਹ ਸੀ ਤੁਹਾਡਾ ਸਿਨੋਨਿਮ ਐਂਟੋਨਿਮ ਦਾ ਪੋਰਸ਼ਨ ਫੋਰ ਵਰਡਸ ਆਪਾਂ ਡਿਸਕਸ ਕੀਤੇ ਫਰਸਟ ਸੀ ਆਪਣਾ ਡਿਸੀਟ ਐਰੂਡਾਈਟ ਐਂਡ ਥਰਡ ਆਪਣਾ ਗਲੀਬਲ ਐਂਡ फोर्थ इज जंबल आई होप ਤੁਹਾਨੂੰ क्लियर हो गए होंगे ਹਾਂਜੀ ਤਾਂ ਨੈਕਸਟ ਟੌਪਿਕ ਜੋ ਆਪਾਂ ਵੋਕੈਬਲਰੀ ਵਿੱਚ ਡਿਸਕਸ ਕਰਾਂਗੇ ਦੈਟ ਇਜ਼ ਸਪੈਲਿੰਗ ਐਰਰਸ ਔਰ ਮਿਸਪੈਚ ਮੋਸਟਲੀ ਹਰ ਇੱਕ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਹੈਗਾ ਇਹ ਪੋਰਸ਼ਨ ਹਾਂਜੀ ਤਾਂ ਵੋਕੈਬ ਦੇ ਵਿੱਚ ਹੀ ਪੁੱਛਿਆ ਜਾਂਦਾ ਹੈ ਅਗੇ ਚਾਰ ਪਰ ਆਪਣੇ ਕੋਲ ਕੀ ਹੁੰਦੇ ਆਪਸ਼ਨ ਹੁੰਦੀਆਂ ਜਿਹਦੇ ਵਿੱਚ ਤੁਸੀਂ ਦੱਸਣਾ ਹੁੰਦਾ ਕਿ ਕਿਹੜਾ ਵਰਡ ਇਨਕਰੈਕਟਲੀ ਸਪੈਲ ਕੀਤਾ ਹੋਇਆ ਜਾਂ ਫਿਰ ਚਾਰ ਆਪਸ਼ਨ ਦੇ ਵਿੱਚੋਂ ਤਿੰਨ ਸਹੀ ਆਪ ਤਿੰਨ ਆਪਣੇ ਕੋਲ ਰੌਂਗ ਹੋਣਗੇ ਤੇ ਇੱਕ ਜਿਹੜਾ ਸਹੀ ਸਪੈਲ ਕੀਤਾ ਹੋਏਗਾ ਤਾਂ ਤੁਹਾਡੇ ਤੋਂ ਪੁੱਛਿਆ ਹੋ ਸਕਦਾ ਵੀ ਕਰੈਕਟਲੀ ਸਪੈਲ ਵਰਡ ਜਿਹੜਾ ਕਿਹੜਾ ਇਹ ਤਾਂ ਹੋਗਾ ਚਾਰ ਆਪਸ਼ਨ ਦੇ ਵਿੱਚੋਂ ਤੁਸੀਂ ਚੈੱਕ ਕਰ ਰਹੇ ਹੋ ਕਿ ਇਨਕਰੈਕਟਲੀ ਜਾਂ ਕਰੈਕਟਲੀ ਸਪੈਲਡ ਵਰਡ ਕਿਹੜਾ ਹੈ ਕਈ ਵਾਰ ਕੀ ਹੁੰਦਾ ਤੁਹਾਨੂੰ ਇੱਕ ਲਾਈਨ ਦੇ ਦਿੱਤੀ ਜਾਂਦੀ ਹੈ ਸੈਂਟੈਂਸ ਦੇ ਦਿੱਤਾ ਜਾਂਦਾ ਤੇ ਉੱਥੇ ਪੁੱਛਿਆ ਜਾ ਰਿਹਾ ਹੁੰਦਾ ਕਿ ਸੈਂਟੈਂਸ ਦੇ ਵਿੱਚੋਂ ਕਿਹੜਾ ਵਰਡ ਹੈ ਜਿਹੜਾ ਇਨਕਰੈਕਟ ਸਪੈਲ ਕੀਤਾ ਹੋਇਆ ਹੈ ਜਾਂ ਚਾਰ ਸੈਂਟੈਂਸਸ ਹੀ ਦੇ ਦਿੱਤੇ ਜਾਂਦੇ ਤੇ ਪੁੱਛਿਆ ਜਾਂਦਾ ਵੀ ਕਿਹੜਾ ਸੈਂਟੈਂਸ ਹੈ ਜਿਹੜਾ ਸਹੀ ਤਰੀਕੇ ਨਾਲ ਲਿਖਿਆ ਹੋਇਆ ਹੈ ਹਾਂਜੀ ਤਾਂ ਅਗੇਨ ਹੁਣ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਸਪੈਲਿੰਗ ਐਰਰਸ ਦਾ ਕੁਐਸਚਨ ਤਾਂ ਫਰਸਟ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਤੇ ਸ਼ੋ ਹੋ ਗਿਆ ਸਭ ਤੋਂ ਪਹਿਲਾਂ ਤੁਸੀਂ ਫਾਈਂਡ ਆਊਟ ਕਰੋਗੇ ਕਿ ਕਿਹੜਾ ਆਨਸਰ ਹੈ ਜਿਹੜਾ ਤੁਹਾਡਾ ਹੋਏਗਾ ਦੁਆ ਤੁਹਾਨੂੰ ਇਹਦਾ ਆਨਸਰ ਡਿਟੈਕਟ ਕੀਤਾ ਜਾਏਗਾ ਪਲੱਸ ਆਪਾਂ ਸਮਝਾਵਾਂਗੇ ਤੁਹਾਨੂੰ ਕਿ ਕਿਹੜਾ ਵਰਡ ਹੈ ਜਿਹੜਾ ਇੱਥੇ ਇਨਕਰੈਕਟ ਸਪੈਲ ਕੀਤਾ ਹੋਇਆ ਸੋ क्वेश्चन पढ़ो सिलेक्ट द इनकरेक्टली स्पेल्ड वर्ड सब तो पहले तो देखना कि ਆਪਾਂ इनकरेक्टली स्पेल्ड वर्ड है ਜਿਹੜਾ फाइंड आउट करना है हाँ जी ਤਾਂ क्वेश्चन ਆਪਣੇ ਕੋਲੇ ਚਾਰ ਆਪਸ਼ਨਸ ਨੇ ਹਰਾਸਮੈਂਟ ਇਲੈਸਟੀਮੇਟ ਲਾਇਸੈਂਸ ਔਰ ਅਚੀਵਮੈਂਟ ਤਾਂ ਹੁਣ ਇਹ ਚਾਰ ਆਪਸ਼ਨਸ ਦੇ ਵਿੱਚੋਂ ਚੈੱਕ ਕਰੋ ਕਿ ਕਿਹੜੀ ਵਾਲੀ ਆਪਸ਼ਨ ਹੈ ਤੁਹਾਡੇ ਕੋਲੇ ਇਨਕਰੈਕਟਲੀ ਸਪੈਲ ਕੀਤੀ ਹੋਈ ਇਟ ਮੀਨਸ ਤਿੰਨ ਆਪਸ਼ਨ ਜਿਹੜੇ ਕੋਲੇ ਤੁਹਾਡੇ ਕੋਲੇ ਵਰਡ ਹੋਣਗੇ ਉਹ ਸਹੀ ਸਪੈਲ ਹੋਣਗੇ ਇੱਕ ਹੀ ਤੁਹਾਡੀ ਆਪਸ਼ਨ ਹੋਏਗੀ ਜਿਹੜੀ ਇਨਕਰੈਕਟਲੀ ਸਪੈਲ ਹੋਏਗੀ ਤੇ ਜਿਹੜੀ ਤੁਸੀਂ ਫਾਈਂਡ ਆਊਟ ਕਰਨੀ ਹੈ ਦੇਖੋ ਜੀ ਤਾਂ ਕਿਹੜਾ ਵਾਲਾ ਤੁਹਾਡੇ ਕੋਲੇ ਆਪਸ਼ਨ ਆਨਸਰ ਹੋਏਗਾ ਹਾਂਜੀ ਆਈ ਹੋਪ ਤੁਸੀਂ ਆਨਸਰ ਮਾਰਕ ਕਰ ਲਿਆ ਹੋਣਾ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਵਰਡ ਹੈ ਹਰਾਸਮੈਂਟ ਆਪਾਂ ਪਿੱਛੇ ਕਾਫੀ ਵਾਰ ਡਿਸਕਸ ਕੀਤਾ ਇਹਦਾ ਮਤਲਬ ਕੀ ਹੁੰਦਾ ਹੈ ਕਿਸੇ ਨੂੰ ਪਰੇਸ਼ਾਨ ਕਰਨਾ ਪਰੇਸ਼ਾਨੀ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ ਹਰਾਸ ਹੋਣਾ ਪਰੇਸ਼ਾਨ ਹੋ ਜਾਣਾ ਇਲੈਸਟੀਮੇਟ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਗੈਰ ਕਾਨੂੰਨੀ ਹੋਵੇ ਐਲੀਜੀਬਲ ਇੱਕ ਤਾਂ ਹੁੰਦਾ ਆਪਾਂ ਕੋਲ ਲੀਗਲ ਜੀ ਹੈ ਇੱਕ ਹੁੰਦੀ ਹੈ ਇਲੀਗਲ ਤਾਂ ਇਲੀਗਲ ਦਾ ਹੀ ਸਿਨੋਨਿਮ ਹੈ ਗੈਰ ਕਾਨੂੰਨੀ ਇਲੈਸਟੀਮੇਟ ਮਤਲਬ ਕਿਹੜੀ ਚੀਜ਼ ਜਿਹੜੀ ਕਿ ਗੈਰ ਕਾਨੂੰਨੀ ਹੋਵੇ ਨੈਕਸਟ ਅਸੀਂ ਵਰਡ ਆਪਣੇ ਕੋਲੇ ਲਾਇਸੈਂਸ ਔਰ ਲਾਇਸੈਂਸ ਦਾ ਮੀਨਿੰਗ ਤੁਹਾਨੂੰ ਸਾਰਿਆਂ ਨੂੰ ਕਲੀਅਰ ਹੀ ਹੋਏਗਾ ਲਾਇਸੈਂਸ ਕਿਸੇ ਚੀਜ਼ ਦਾ ਲਾਇਸੈਂਸ ਦੇਣਾ ਪ੍ਰੂਫ ਦੇਣਾ ਸੋ ਅੱਗੇ ਤੁਹਾਡੇ ਕੋਲੇ ਅਚੀਵਮੈਂਟ ਦੀ ਸਪੈਲਿੰਗ ਚੈੱਕ ਕਰੋ ACHIEVEMANT ਜੋ ਕਿ ਰੋਂਗ ਹੈ MENT ਹੁੰਦਾ ਹੈ ਸੋ ਤੁਹਾਡੇ ਕੋਲੇ ਇਹੀ ਆਪਸ਼ਨ ਆਨਸਰ ਹੋਣਾ ਸੀ ਤੇ ਅੱਗੇ ਤੁਹਾਡੇ ਕੋਲੇ ਅਚੀਵਮੈਂਟ ਦਾ ਮਤਲਬ ਹੁੰਦਾ ਹੈ ਪ੍ਰਾਪਤੀ ਕਿਸੇ ਚੀਜ਼ ਦੀ ਪ੍ਰਾਪਤੀ ਹੈ ਨਾ ਗੇਨ ਦੱਸੋ ਅਚੀਵਮੈਂਟ ਜਿਹੜਾ ਹੈਗਾ ਤੁਹਾਡੇ ਕੋਲੇ ਵਰਡ ਇਨਕਰੈਕਟਲੀ ਸਪੈਲ ਕੀਤਾ ਹੋਇਆ ਜੋ ਕਿ ਤੁਸੀਂ ਦੇਖੋਗੇ ਸਪੈਲਿੰਗ ਹੈ ਜਿਹੜੇ ਇੱਕ ਵਾਰ ਦੁਬਾਰਾ ਤੁਹਾਨੂੰ ਦੱਸ ਦਿੱਤੇ ਜਾਣ ACHIEVEMENT ਇਹ ਨੇ ਜੀ ਤੁਹਾਡੇ ਅਚੀਵਮੈਂਟ ਦੇ ਸਪੈਲਿੰਗ ਤਾਂ ਹੁਣ ਇਹ ਜਿਹੜਾ ਤੁਸੀਂ ਧਿਆਨ ਨਾਲ ਫਾਈਂਡ ਆਊਟ ਕਰਨਾ ਹੁੰਦਾ ਕਿ ऊपर लिखे हुए तीनों वर्ड हरासमेंट स्पेलिंग बिल्कुल सही है एस्टिमेट स्पेलिंग बिल्कुल सही है लाइसेंस बिल्कुल सही स्पेल ਕੀਤਾ ਹੋਇਆ ਹੈ ਤਾਂ ਤੁਹਾਡੇ ਕੋਲ ਆਨਸਰ ਕੀ ਹੋਏਗਾ ਅਚੀਵਮੈਂਟ ਹੈ ਜਿਹੜਾ ਰੌਂਗ ਸਪੈਲ ਕੀਤਾ ਹੋਇਆ ਹਾਂਜੀ ਤਾਂ ਨੈਕਸਟ ਕੁਐਸਚਨ ਅਗੇਨ ਚੈੱਕ ਕਰੋ ਕਿਹੜੇ ਵਰਡ ਹੈ ਜਿਹੜੇ ਤੁਹਾਡੇ ਕੋਲ ਇਨਕਰੈਕਟ ਸਪੈਲ ਕੀਤਾ ਹੋਇਆ ਫਰਸਟ ਹੈ ਤੁਹਾਡੇ ਕੋਲ ਆਪਸ਼ਨ ਪ੍ਰੋਫੈਸਰ ਸੈਕੰਡ ਇਜ਼ ਪ੍ਰੋਟੀਨ ਐਂਡ ਦ ਸੀ ਆਪਸ਼ਨ ਇਜ਼ ਗਾਰੰਟੀ ਐਂਡ ਦ ਡੀ ਆਪਸ਼ਨ ਇਜ਼ ਐਮਬੈਰਸਮੈਂਟ ਚੈੱਕ ਕਰੋ ਕਿਹੜੀ ਆਪਸ਼ਨ ਹੈ ਜਿਹੜੀ ਤੁਹਾਡੇ ਕੋਲ ਆਨਸਰ ਹੋਵੇਗੀ ਇਨਕਰੈਕਟ ਸਪੈਲ ਕੋਡ ਹੈ ਜਿਹੜਾ ਤੁਸੀਂ ਫਾਈਂਡ ਆਊਟ ਕਰੋ
हाँ जी, तो आई होप तुसी आंसर मार्क कर लिया होना है। तो सब तो पहले ਆਪਾਂ ਚੈੱਕ ਕਰਦੇ ਹਾਂ ਬੋਰਡ। ਫਰਸਟ ਇਜ਼ ਪ੍ਰੋਫੈਸਰ, ਸੈਕੰਡ ਇਜ਼ ਪ੍ਰੋਟੀਨ, ਥਰਡ ਇਜ਼ ਗਰੰਟੀ, ਐਮਬੈਰਸਮੈਂਟ। ਐਮਬੈਰਸਮੈਂਟ ਦਾ ਮਤਲਬ ਹੁੰਦਾ ਤੁਹਾਡੇ ਕੋਲੇ ਕਿਸੇ ਚੀਜ਼ ਸ਼ਰਮਿੰਦਾ ਹੋਣਾ, ਐਮਬੈਰਸ ਹੋ ਜਾਣਾ, ਸ਼ਰਮਿੰਦਾ ਹੋਣਾ ਹੁੰਦਾ ਹੈ। ਸੋ ਸ਼ਰਮਿੰਦਾ ਹੋਣਾ, ਐਮਬੈਰਸਮੈਂਟ ਦਾ ਮਤਲਬ ਹੁੰਦਾ ਹੈ ਸ਼ਰਮਿੰਦਾ ਹੋਣਾ। ਅੱਗੇ ਤੁਹਾਡੇ ਕੋਲ ਗਾਰੰਟੀ ਵਰਡ ਦਿੱਤਾ ਹੋਣਾ, ਗਾਰੰਟੀ ਦਾ ਆਪਾਂ ਕਾਫੀ ਵਾਰ ਕਿਸੇ ਚੀਜ਼ ਦੀ ਗਾਰੰਟੀ ਮਿਲਦੀ ਹੈ ਨਾ ਆਪਾਂ ਨੂੰ, ਵੀ ਇਹ ਚੀਜ਼ ਇੰਨਾ ਟਾਈਮ ਚੱਲੂ, ਇੰਨਾ ਟਾਈਮ ਚੱਲੂ, ਸੋ ਗਾਰੰਟੀ। ਅੱਗੇ ਤੁਹਾਡੇ ਕੋਲ ਪ੍ਰੋਟੀਨ ਵਰਡ ਹੈ, ਪ੍ਰੋਟੀਨ ਦਾ ਸੇਮ ਹੀ ਪ੍ਰੋਟੀਨ ਹੀ ਯੂਜ਼ ਕੀਤਾ ਜਾਂਦਾ, ਆਪਾਂ ਪੰਜਾਬੀ ਦੇ ਵਿੱਚ ਵੀ ਇਹਨੂੰ ਵਰਡ ਨੂੰ ਪ੍ਰੋਟੀਨ ਹੀ ਕਹਿ ਦਿੰਦੇ ਆ। ਲਾਸਟ ਤੁਹਾਡੇ ਕੋਲ ਪ੍ਰੋਫੈਸਰ, ਪ੍ਰੋਫੈਸਰ ਆਪਣੇ ਕੋਲ ਜਿਵੇਂ ਕਾਲਜ ਵਗੈਰਾ ਦੇ ਵਿੱਚ ਪੜਾਉਣ ਵਾਲਾ, ਤਾਂ ਉੱਥੇ ਹੁੰਦਾ ਤੁਹਾਡੇ ਕੋਲ ਪ੍ਰੋਫੈਸਰ। तो हम ਇਹਦਾ मीनिंग प्रोफेसर, प्रोटीन, गारंटी एंड एम्बैरसमेंट ਦਾ ਸਪੈਲਿੰਗ ਅਗੇਨ ਚੈੱਕ ਕਰ ਲਿਓ ਤਾਂ ਸ਼ਰਮਿੰਦਾ ਹੋਣਾ। ਹੁਣ ਚੈੱਕ ਕਰਦੇ ਹਾਂ ਕਿ ਕਿਹੜਾ ਇਨਕਰੈਕਟਲੀ ਸਪੈਲ ਕੀਤਾ ਹੋਇਆ। ਸਭ ਤੋਂ ਪਹਿਲਾਂ ਦੇਖੋ EMBARRAFFMENT ਬਿਲਕੁਲ ਸਹੀ ਹੈ। ਨੈਕਸਟ ਹੈ VUARANTEE ਜੋ ਕਿ ਬਿਲकुल सही है, गारंटी की स्पेलिंग भी सेम ही है। ਅੱਗੇ ਤੁਹਾਡੇ ਕੋਲ ਪ੍ਰੋਟੀਨ PROTEIN ਬਿਲਕੁਲ ਸਹੀ ਸਪੈਲਿੰਗ ਨੇ। ਨੈਕਸਟ ਹੈ ਜੀ ਤੁਹਾਡੇ ਕੋਲ ਪ੍ਰੋਫੈਸਰ PROFESS OR ਹੁੰਦਾ ਹੈ ER ਨਹੀਂ ਹੁੰਦਾ, ਜੋ ਕਿ ਰੋਂਗ ਸਪੈਲ ਕੀਤਾ ਹੋਇਆ। ਤਾਂ ਤੁਸੀਂ ਕੀ ਮਾਰਕ ਕਰਨਾ ਸੀ, ਇਹ ਆਪਸ਼ਨ ਤੁਹਾਡੇ ਕੋਲੇ ਆਂਸਰ ਹੋਣੀ ਸੀ। ਪ੍ਰੋਫੈਸਰ ਦੇ ਸਪੈਲਿੰਗ ਕਰਦੇ ਨੇ, ਪ੍ਰੋਫੈਸਰ ਦੇ ਸਪੈਲਿੰਗ ਕੀ ਹੁੰਦੇ ਆ PROFESS, OR ਆਪਾਂ ਯੂਜ਼ ਕਰਦੇ ਆ, ER ਨਹੀਂ ਹੁੰਦੇ। ਤੇ ਧਿਆਨ ਨਾਲ ਹੈ ਜਿਹੜਾ ਤੁਸੀਂ ਇਹਨਾਂ ਦਾ ਆਂਸਰ ਮਾਰਕ ਕਰਨਗੇ। ਦੇਖੋ ਜੀ ਥਰਡ ਨੰਬਰ ਕੁਐਸਚਨ ਅਗੇਨ ਸਪੈਲਿੰਗ ਐਰਰ ਦੇ ਵਿੱਚ select the incorrectly spelled word। चार options में A B C D। first is sunrise, B option is suffering, C option is done and the D option is unchallenged। ਚੈੱਕ ਕਰੋ ਕਿਹੜੀ option ਤੁਹਾਡੇ ਕੋਲ ਆਨਸਰ ਹੋਏਗੀ, incorrectly spell ਕੀਤੀ ਹੋਈ ਹੈ, ਉਹਨੂੰ ਤੁਸੀਂ ਮਾਰਕ ਕਰ ਦੇਖੋ ਜੀ। ਹਾਂਜੀ ਤਾਂ ਤੁਹਾਡਾ ਆਨਸਰ ਆ ਗਿਆ ਹੋਵੇਗਾ। ਸਭ ਤੋਂ ਪਹਿਲਾਂ ਤੁਹਾਡੇ ਕੋਲੇ ਵਰਡ ਹੈ ਸਨਰਾਈਜ਼। ਸਨਰਾਈਜ਼ ਦਾ ਮੀਨਿੰਗ ਹੁੰਦਾ ਤੁਹਾਡੇ ਕੋਲੇ ਸੂਰਜ ਦੇ ਚੜ੍ਹਨ ਨੂੰ, ਆਪਾਂ ਰਾਈਜ਼ ਦਾ ਮਤਲਬ ਹੁੰਦਾ ਉੱਗਣਾ, ਸੂਰਜ ਉੱਗਣਾ, ਸੂਰਜ ਚੜ੍ਹਨਾ, ਉਹਦੇ ਵਾਸਤੇ ਆਪਾਂ ਸਨਰਾਈਜ਼ ਵਰਡ ਯੂਜ਼ ਕਰ ਲੈਣੇ, ਬਿਲਕੁਲ ਸਹੀ ਹੈ। ਨੈਕਸਟ ਤੁਹਾਡੇ ਕੋਲੇ ਸਫਰਿੰਗ। ਸਫਰਿੰਗ ਦਾ ਮੀਨਿੰਗ ਹੁੰਦਾ ਹੈ ਦੁੱਖ, ਅਗੋਨੀ ਵਰਡ ਆਪਾਂ ਯੂਜ਼ ਕਰ ਲੈਣੇ ਆ, ਦੁੱਖ। ਦੱਸੋ ਸੰਘਰਸ਼ ਕਹਿ ਸਕਦੇ ਆਪਾਂ। ਸਫਰਿੰਗ ਦਾ ਮੀਨਿੰਗ ਹੁੰਦਾ ਦੁੱਖ, ਅਗੇਨ ਤੁਹਾਡੇ ਕੋਲੇ ਬਿਲਕੁਲ ਸਹੀ ਸਪੈਲਿੰਗ ਹੈ। ਨੈਕਸਟ ਵਰਡ ਹੈ ਜੀ ਟੰਗ, TONG ਟੰਗ। ਟੰਗ ਕਿਹਦੇ ਵਾਸਤੇ ਆਪਾਂ ਯੂਜ਼ ਕਰ ਲੈਂਦੇ ਹਾਂ, ਜੀਭ ਨੂੰ ਕਹਿ ਦਿੰਦੇ ਹਾਂ ਨਾ, ਟੰਗ ਦਾ ਮਤਲਬ ਹੁੰਦਾ ਹੈ ਜੀਭ। ਸੋ ਇਹਦੇ ਵੀ ਬਿਲਕੁਲ ਸਹੀ ਸਪੈਲਿੰਗ ਨੇ। ਨੈਕਸਟ ਲਾਸਟ ਵਰਡ ਹੈ ਤੁਹਾਡੇ ਕੋਲੇ ਅਨਚੈਲੰਜਡ, UNCHALLENGED ਜੋ ਕਿ ਰੋਂਗ ਸਪੈਲ ਕੀਤਾ ਹੋਇਆ ਹੈ। ਅਨਚੈਲੰਜ ਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਨੂੰ ਚੈਲੰਜ ਨਾ ਕੀਤਾ ਜਾ ਸਕਦਾ ਹੋਵੇ, ਨਿਰਵਿਘਨ ਆਪਾਂ ਕਹਿ ਦਿੰਦੇ ਹਾਂ, ਸੋ ਅਨਡਿਸਪਿਊਟਡ ਆਪਾਂ ਕਹਿ ਸਕਦੇ ਹਾਂ। ਸੋ ਅਨਚੈਲੰਜਡ ਦੇ ਸਪੈਲਿੰਗ ਹੈ ਜਿਹੜੇ ਤੁਹਾਡੇ ਕੋਲੇ ਰੋਂਗ ਨੇ, ਸੋ ਡੀ ਆਪਸ਼ਨ ਜਿਹੜਾ ਤੁਹਾਡਾ ਆਨਸਰ ਹੋਏਗਾ। ਹੁਣ ਅਨਚੈਲੰਜ ਦੀ ਸਪੈਲਿੰਗ ਕੀ ਹੁੰਦੀ ਹੈ ਚੈੱਕ ਕਰੋ, UNCHALLENGED। EN ਹੁੰਦਾ ਹੈ, AN ਨਹੀਂ ਹੁੰਦਾ। ਇੱਥੇ ਤੁਹਾਡੇ ਕੋਲ ਐਰਰ ਸੀ, A ਯੂਜ਼ ਕੀਤਾ ਹੋਇਆ ਸੀ, E ਯੂਜ਼ ਕਰਨਾ ਸੀ। ਸੋ ਅਨਚੈਲੰਜ ਦੇ ਸਹੀ ਸਪੈਲਿੰਗ ਹੈ ਜੀ UNCHALLENGED। ਆਈ ਹੋਪ ਤੁਹਾਨੂੰ ਸਪੈਲਿੰਗ ਐਰਰਸ ਦੇ ਜਿਹੜੇ ਆਨਸਰ ਨੇ ਉਹ ਵਧੀਆ ਪਤਾ ਲੱਗ ਗਏ ਹੋਣਗੇ। ਹਾਂਜੀ ਤਾਂ ਆਪਾਂ ਅਗੇਨ ਤੁਹਾਨੂੰ 3 ਕੁਐਸਚਨ ਕਰਵਾਏ ਗਏ, ਹਰ ਇੱਕ ਆਪਸ਼ਨ ਦੇ ਵਿੱਚ ਹਰ ਇੱਕ ਕੁਐਸਚਨ ਦੇ ਵਿੱਚ ਤੁਹਾਡੇ ਕੋਲੇ 4 ਵਰਡ ਸੀ ਜੋ ਤੁਸੀਂ ਦੇਖੇ ਹੈ। ਇਟ ਮੀਨਸ ਤੁਹਾਡੇ ਕੋਲੇ ਅੱਜ ਦੀ ਕਲਾਸ ਦੇ ਵਿੱਚ ਤੁਸੀਂ ਕਿੰਨੇ ਵਰਡ ਯਾਦ ਕੀਤੇ ਆ, ਕਿੰਨੇ ਵਰਡ ਦੇ ਸਪੈਲਿੰਗ ਯਾਦ ਕੀਤੇ ਆ, 4 + 4 + 4 12 ਜਿਹੜੇ ਵਰਡ ਨੇ ਆਪਾਂ ਯਾਦ ਕੀਤੇ। ਤਾਂ ਤੁਸੀਂ ਜਿਹੜਾ ਇਹਨਾਂ ਦੇ ਸਪੈਲਿੰਗ ਨੂੰ ਲਰਨ ਕਰ ਲੈਣੇ ਆ। ਪਲੱਸ ਤੁਹਾਡੇ ਕੋਲ ਜ਼ਰੂਰੀ ਨਹੀਂ ਹੁੰਦਾ ਕਿ ਸਪੈਲਿੰਗ ਐਰਰ ਦੇ ਵਿੱਚ ਸਿਰਫ ਇਹ 12 ਵਰਡ ਹੀ ਤੁਸੀਂ ਯਾਦ ਕਰੋਗੇ, ਇਸ ਤੋਂ ਇਲਾਵਾ ਤੁਸੀਂ ਜਿੰਨੇ ਸਿਨੋਨਿਮ ਐਂਟੋਨਿਮ ਦੇਖੇ ਉਹਨਾਂ ਦੇ ਸਪੈਲਿੰਗ ਤੁਹਾਨੂੰ ਆਉਣੇ ਹੋਣੇ ਚਾਹੀਦੇ ਆ। ਪਲੱਸ ਵਨ ਵਰਡ ਸਬਸਟੀਟਿਊਸ਼ਨ ਦੇ ਵਿੱਚ ਜਿੰਨੇ ਵੀ ਸਪੈਲਿੰਗ ਤੁਸੀਂ ਦੇਖੇ ਉਹਨਾਂ ਦੇ ਸਪੈਲਿੰਗ ਤੁਹਾਨੂੰ ਆਉਂਦੇ ਹੋਣੇ ਚਾਹੀਦੇ ਆ। ਈਡੀਅਮ ਫਰੇਜ਼ਸ ਦੇ ਵਿੱਚ ਵੀ ਕੋਈ ਇਹੋ ਜਿਹਾ ਵਰਡ ਜਿਹੜਾ ਕਿ ਸਪੈਲਿੰਗ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਔਖਾ ਹੈ, ਤਾਂ ਤੁਸੀਂ ਉਹਦੇ ਸਪੈਲਿੰਗ ਵੀ ਆ ਜਿਹੜੇ ਉਹ ਲਰਨ ਕਰ ਲੈਣੇ। ਹਾਂਜੀ ਤਾਂ ਅੱਜ ਦੀ ਕਲਾਸ ਦਾ ਨਵਾਂ ਟੌਪਿਕ ਜੋ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਲਾਸ ਦੀ ਸ਼ੁਰੂਆਤ ਦੇ ਵਿੱਚ ਕਿ ਆਪਾਂ ਡਿਸਕਸ ਕਰਨਾ ਹੈ, ਦੈਟ ਇਜ਼ ਫਿਕਸ ਪ੍ਰੈਪੋਜੀਸ਼ਨ। ਤਾਂ ਹੁਣ ਜਦੋਂ ਆਪਾਂ ਗ੍ਰਾਮਰ ਦੀ ਕਲਾਸ ਕਰ ਰਹੇ ਹਾਂ, ਇੱਕ ਸਾਈਡ ਤੁਹਾਡੇ ਕੋਲੇ ਦੇਖੋਗੇ ਇਹ ਸੇਮ ਚੀਜ਼ ਚੱਲ ਰਿਹਾ, ਪੈਰਲਲ ਹੀ ਚੱਲ ਰਿਹਾ ਤੁਹਾਡੇ ਕੋਲੇ ਦੋਨੋਂ ਟਾਈਪ ਦੀਆਂ ਕਲਾਸਿਸ। ਇੰਗਲਿਸ਼ ਦੇ ਵਿੱਚ ਆਪਾਂ ਗ੍ਰਾਮਰ ਵੀ ਡਿਸਕਸ ਕਰ ਰਹੇ ਹਾਂ, ਜਿਹਦੀਆਂ ਕਲਾਸਿਸ ਤੁਹਾਡੀਆਂ ਪੈਰਲਲ ਹੀ ਚੱਲ ਰਹੀਆਂ, ਜਿੱਥੇ ਆਪਾਂ ਨਾउन ਪ੍ਰੋਨਾउन ਪ੍ਰੈਪੋਜੀਸ਼ਨ ਦਾ ਟੌਪਿਕ ਆਪਾਂ ਨਿਬੇੜਤਾ। ਐਡਜੈਕਟਿਵ ਐਡਵਰਬ ਤੁਹਾਡਾ ਹੋ ਚੁੱਕਿਆ, ਆਰਟੀਕਲ ਤੁਸੀਂ ਕਰ ਚੁੱਕੇ ਹੋ। ਅੱਗੇ ਤੁਹਾਡੇ ਕੋਲੇ ਜਿਹੜਾ ਨਵਾਂ ਟੌਪਿਕ ਹੋਏਗਾ ਆਪਾਂ ਸਟਾਰਟ ਕਰਨਾ ਹੈ। ਹਾਂਜੀ ਤਾਂ ਗ੍ਰਾਮਰ ਦੀਆਂ ਕਲਾਸਿਸ ਦੇ ਵਿੱਚ ਸਾਡੇ ਕੋਲੇ ਜਦੋਂ ਲਾਸਟ ਟੌਪਿਕ ਤੁਹਾਨੂੰ ਕਰਵਾਇਆ ਗਿਆ ਸੀ ਪ੍ਰੈਪੋਜੀਸ਼ਨ ਦਾ, ਪ੍ਰੈਪੋਜੀਸ਼ਨ ਦੀ ਜਿਹੜੀ ਕਲਾਸ ਕਰਵਾਈ ਗਈ ਸੀ ਤਾਂ ਤੁਹਾਨੂੰ ਉੱਥੇ ਦੱਸਿਆ ਗਿਆ ਸੀ ਕਿ ਪ੍ਰੈਪੋਜੀਸ਼ਨ ਦੇ ਵਿੱਚ ਇੱਕ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਹੁੰਦਾ ਹੈ। ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਹੁੰਦਾ ਹੈ ਜਿਹਦੇ ਵਿੱਚ ਤੁਹਾਡੇ ਕੋਲੇ ਕੋਈ ਵਰਡ ਹੋਵੇ ਤਾਂ ਉਹਦੇ ਨਾਲ ਜਿਹੜੀ ਇੱਕ ਪ੍ਰੈਪੋਜੀਸ਼ਨ ਫਿਕਸ ਹੁੰਦੀ ਹੈ। ਜਿਵੇਂ ਤੁਹਾਨੂੰ ਮੈਂ ਇੱਕ ਆਪਸ਼ਨ ਆਨਸਰ ਦਿੱਤੀ ਸੀ ਐਗਜ਼ਾਮਪਲ ਤੁਸੀਂ ਸਮਾਈਲ ਦੇ ਨਾਲ ਵਰਡ ਐਡ ਯੂਜ਼ ਕੀਤਾ ਜਾਂਦਾ। ਐਡ ਕੀ ਇੱਕ ਪ੍ਰੈਪੋਜੀਸ਼ਨ ਹੈ ਜੋ ਕਿ ਸਮਾਈਲ ਦੇ ਨਾਲ ਹੈ। ਤਾਂ ਸਮਾਈਲ ਦੇ ਨਾਲ ਐਡ ਦਾ ਮੀਨਿੰਗ ਕੀ ਹੋ ਜਾਂਦਾ, ਕਿਸੇ ਚੀਜ਼ ਦੇ ਉੱਤੇ ਮੁਸਕਰਾਉਣਾ
ਹੱਸਣਾ। ਹੁਣ ਸਮਾਈਲ ਐਟ ਤੁਹਾਡੇ ਕੋਲ ਕੀ ਆ ਗਈ, ਇੱਕ ਫਿਕਸ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਣ ਵਾਲਾ ਵਰਡ ਹੈ। ਸਮਾਈਲ ਦੇ ਨਾਲ ਹਮੇਸ਼ਾ ਐਟ ਦਾ ਹੀ ਯੂਜ਼ ਕੀਤਾ ਜਾਂਦਾ ਹੈ। ਸੋ ਇਹਨਾਂ ਨੂੰ ਫਿਕਸ ਪ੍ਰੈਪੋਜੀਸ਼ਨ ਦੇ ਵਿੱਚ ਕਾਊਂਟ ਕੀਤਾ ਜਾਂਦਾ। ਤੁਹਾਨੂੰ ਦੱਸਿਆ ਗਿਆ ਸੀ ਕਿ ਪ੍ਰੈਪੋਜੀਸ਼ਨ ਦੇ ਜਦੋਂ ਗ੍ਰਾਮਰ ਦਾ ਟੌਪਿਕ ਕਰਵਾਇਆ ਗਿਆ ਸੀ, ਉੱਥੇ ਤੁਹਾਨੂੰ ਪ੍ਰੈਪੋਜੀਸ਼ਨ ਦੇ ਵਿੱਚ ਹੋਰ ਵਰਡ ਕਰਵਾਏ ਗਏ ਸੀ, ਜਿਵੇਂ ਟੂ ਟੁਵਾਰਡਸ ਦੇ ਵਿੱਚ ਕੀ ਡਿਫਰੈਂਸ ਹੈ, ਅਮੰਗ ਦੇ ਵਿੱਚ ਤੇ ਬਿਟਵੀਨ ਦੇ ਵਿੱਚ ਕੀ ਡਿਫਰੈਂਸ ਹੈ। ਤੇ ਉਹ ਵਰਡ ਆ ਜਿਹੜਾ ਆਪਾਂ ਡਿਸਕਸ ਕੀਤੇ ਸੀ, ਰੂਲਸ ਸੀ ਜਿਹੜੇ ਗ੍ਰਾਮਰ ਦੇ ਆਪਾਂ ਡਿਸਕਸ ਕੀਤੇ ਸੀ। ਇਹ ਟੌਪਿਕ ਸੀ ਜਿਹੜਾ ਤੁਹਾਨੂੰ ਪੈਂਡਿੰਗ ਕਰਵਾਇਆ ਗਿਆ ਸੀ, ਤਾਂ ਜੋ ਤੁਸੀਂ ਇਹ ਜਿਹੜਾ ਇਹਨੂੰ ਆਪਣੇ vocab ਪੋਰਸ਼ਨ ਦੇ ਵਿੱਚ ਦੇਖ ਸਕੋ। ਤਾਂ ਅੱਜ ਜਿਹੜਾ ਆਪਾਂ ਟੌਪਿਕ ਦੇਖਾਂਗੇ, ਹਾਂਜੀ, ਤਾਂ ਸੈਕਿੰਡ ਚੀਜ਼ ਤੁਹਾਡੇ ਕੋਲ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਇੰਗਲਿਸ਼ ਦੀਆਂ ਤੁਹਾਡੀਆਂ ਗ੍ਰਾਮਰ ਦੀਆਂ ਕਲਾਸਿਸ ਵੀ ਪੈਰਲਲੀ ਚੱਲ ਰਹੀਆਂ। ਜੋ ਸਟੂਡੈਂਟਸ ਨੂੰ ਨਹੀਂ ਪਤਾ ਕਿ ਤੁਹਾਡੀ ਇੰਗਲਿਸ਼ ਦੀਆਂ ਗ੍ਰਾਮਰ ਦੀਆਂ ਕਲਾਸਿਸ ਹੁੰਦੀਆਂ, ਤਾਂ ਤੁਸੀਂ ਜਿਹੜਾ ਗ੍ਰਾਮਰ ਦਾ ਪੋਰਸ਼ਨ ਵੀ ਉਥੋਂ ਕਵਰ ਕਰ ਸਕਦੇ ਹੋ। ਕਲਾਸਿਸ ਤੁਹਾਨੂੰ ਜਿਹੜਾ ਹੈਗਾ ਆਪਣੇ ਜੋ ਚੈਨਲ ਦੇ ਉੱਤੇ ਮਿਲ ਜਾਣਗੀਆਂ। ਹਾਂਜੀ, ਤਾਂ ਕਿ ਤੁਹਾਡੇ ਕੋਲ ਇੰਗਲਿਸ਼ ਦੇ ਵਿੱਚ ਗ੍ਰਾਮਰ ਪੋਰਸ਼ਨ ਤਾਂ ਚੱਲ ਹੀ ਰਿਹਾ, ਨਾ ਹੀ ਆਪਣੇ ਕੋਲ vocab ਪੋਰਸ਼ਨ ਵੀ ਚੱਲਦਾ ਹੁੰਦਾ। ਹੁਣ vocab ਪੋਰਸ਼ਨ ਦੇ ਵਿੱਚ ਆਪਾਂ ਡਿਸਕਸ ਕਰਨਾ ਅੱਜ ਦਾ ਟੌਪਿਕ, ਦੈਟ ਇਜ਼ ਫਿਕਸਡ ਪ੍ਰੈਪੋਜੀਸ਼ਨਸ। ਹਾਂਜੀ, ਤਾਂ ਸਟਾਰਟ ਕਰਦੇ ਹਾਂ ਆਪਣੇ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ। ਫਰਸਟ ਪ੍ਰੈਪੋਜੀਸ਼ਨ ਜਿਹੜੀ ਤੁਸੀਂ ਦੇਖੋਗੇ ਵਾਈ, ਜੋ ਕਿ ਯੂਜ਼ ਹੋ ਰਹੀ ਹੈ ਵਿਦ ਵਰਡ ਅਵਾਇਡ। ਤਾਂ ਹੁਣ ਅਵਾਇਡ ਵਾਈ ਮੀਨਿੰਗ ਕੀ ਹੋਏਗਾ ਤੁਹਾਡੇ ਕੋਲੇ, ਅਗੇਨ ਤੁਸੀਂ ਜਿਹੜੇ ਵੀ ਪ੍ਰੈਪੋਜੀਸ਼ਨ ਨੂੰ ਯੂਜ਼ ਕਰ ਰਹੇ ਹੋਗੇ, ਉਸ ਤੋਂ ਪਹਿਲਾਂ ਜਿਹੜਾ ਵਰਡ ਹੋਏਗਾ, ਹੁਣ ਉਹਦੇ ਨਾਲ ਜਿਹੜੀ ਪ੍ਰੈਪੋਜੀਸ਼ਨ ਲੱਗ ਗਈ ਤਾਂ ਉਹਦਾ ਕੀ ਬਣ ਜਾਏਗਾ, ਇੱਕ ਫਰੇਜ਼ ਦਾ ਮੀਨਿੰਗ ਬਣ ਜਾਏਗਾ। ਅਵਾਇਡ ਬਾਈ ਇੱਕ ਫਰੇਜ਼ ਹੈ, ਸੋ ਇਹਦਾ ਮੀਨਿੰਗ ਕੀ ਹੁੰਦਾ ਹੈ, ਟੂ ਫॉलो ਔਰ ਕੰਪਲਾਈ ਵਿਦ ਅ ਰੂਲ ਔਰ ਡਿਸੀਜਨ। ਮਤਲਬ ਕੀ ਹੋਏਗਾ, ਕਿਸੇ ਚੀਜ਼ ਦੀ ਪਾਲਣਾ ਕਰਨਾ, ਤੁਸੀਂ ਕਹਿ ਸਕਦੇ ਹੋ। ਸਿੰਪਲ ਲੈਂਗੁਏਜ ਦੇ ਵਿੱਚ ਕਿਹਾ ਜਾਵੇ ਪੰਜਾਬੀ ਦੇ ਵਿੱਚ, ਤਾਂ ਉਹਦਾ ਮੀਨਿੰਗ ਹੁੰਦਾ ਪਾਲਣਾ ਕਰਨਾ। ਸੋ ਅਵਾਇਡ ਬਾਈ ਮੀਨਿੰਗ ਹੁੰਦਾ ਕਿਸੇ ਚੀਜ਼ ਦੀ ਪਾਲਣਾ ਕਰਨਾ। ਅੱਗੇ ਤੁਹਾਡੇ ਕੋਲ ਜਿਵੇਂ ਐਗਜ਼ਾਮਪਲ ਦਿੱਤੀ ਹੋਈ ਹੈ, ਯਾਦ ਰੱਖਣਾ ਹੈ ਕਿ ਅਵਾਇਡ ਦੇ ਨਾਲ ਹਮੇਸ਼ਾ ਬਾਏ ਹੀ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਏਗੀ। ਅੱਗੇ ਤੁਹਾਡੇ ਕੋਲ ਐਗਜ਼ਾਮਪਲ ਦਿੱਤੀ ਹੋਈ ਹੈ, ਆਈ ਆਲਵੇਜ਼ ਅਵਾਇਡ ਬਾਈ ਦਾ ਰੂਲਸ। ਮੈਂ ਹਮੇਸ਼ਾ ਹੀ ਕੀ ਕਰਦਾ ਹਾਂ, ਰੂਲਸ ਦੀ ਪਾਲਣਾ ਕਰਦਾ ਹਾਂ। ਤਾਂ ਇਹ ਹੈ ਜੀ ਤੁਹਾਡੇ ਕੋਲੇ ਵਰਡ ਅਵਾਇਡ ਦੇ ਨਾਲ ਯੂਜ਼ ਕੀਤੀ ਜਾਣ ਵਾਲੀ ਫਿਕਸ ਪ੍ਰੈਪੋਜੀਸ਼ਨ, ਦੈਟ ਇਜ਼ ਬਾਈ। ਅਵਾਇਡ ਬਾਈ ਜੋ ਤੁਸੀਂ ਯਾਦ ਕਰੋਗੇ। ਨੈਕਸਟ ਹੈ ਜੀ ਤੁਹਾਡੇ ਕੋਲੇ ਵਰਡ ਐਗਰੀ। ਐਗਰੀ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕੀਤੀ ਜਾਂਦੀ ਹੈ, ਵਿਦ ਦਾ ਯੂਜ਼ ਹੈ ਜਿਹੜਾ ਕੀਤਾ ਜਾਂਦਾ ਹੈ। ਐਗਰੀ ਵਿਦ, ਜਦੋਂ ਐਗਰੀ ਦੇ ਨਾਲ ਵਿਦ ਪ੍ਰੈਪੋਜੀਸ਼ਨ ਯੂਜ਼ ਹੋਗੀ ਤਾਂ ਇਹਦਾ ਮੀਨਿੰਗ ਕੀ ਬਣ ਜਾਏਗਾ, ਹੈਵ ਦਾ ਸੇਮ ਓਪੀਨੀਅਨ ਐਜ਼ ਸਮਵਨ ਐਲਸ। ਮਤਲਬ ਹੋਏਗਾ ਕਿਸੇ ਨਾਲ ਤੁਸੀਂ ਸਹਿਮਤ ਹੋ ਰਹੇ ਹੋ। ਐਗਰੀ ਵਿਦ ਦਾ ਬੇਸਿਕਲੀ ਮੀਨਿੰਗ ਦੇਖਿਆ ਜਾਵੇ ਤਾਂ ਸਹਿਮਤ ਹੋਣਾ ਹੁੰਦਾ ਹੈ। ਤਾਂ ਹੁਣ ਸਹਿਮਤ ਕਦੋਂ ਹੋਗੇ, ਜਦੋਂ ਕਿਸੇ ਦੇ ਵਿਚਾਰ ਆ ਜਿਹੜੇ ਤੁਹਾਡੇ ਵਿਚਾਰਾਂ ਨਾਲ ਮਿਲ ਗਏ, ਫੇਰ ਹੀ ਤੁਸੀਂ ਸਹਿਮਤ ਹੋਗੇ ਨਾ, ਫੇਰ ਹੀ ਤੁਸੀਂ ਉਸ ਚੀਜ਼ ਦੇ ਪੱਖ ਦੇ ਵਿੱਚ ਜਾਓਗੇ। ਸੋ ਐਗਰੀ ਵਿਦ ਦਾ ਮੀਨਿੰਗ ਹੁੰਦਾ ਹੈ ਕਿਸੇ ਨਾਲ ਸਹਿਮਤ ਹੋਣਾ। ਹੈਵ ਦਾ ਸੇਮ ਓਪੀਨੀਅਨ ਐਜ਼ ਸਮਵਨ ਐਲਸ। ਸੋ ਆਪਣੇ ਕੋਲ ਐਗਜ਼ਾਮਪਲ ਹੈ, ਐਗਜ਼ਾਮਪਲ ਕੀ ਹੈ ਜੀ, ਆਈ ਐਗਰੀ ਵਿਦ ਯੂਅਰ ਸੁਜੈਸ਼ਨ। ਮਤਲਬ ਤੁਹਾਡੇ ਦੁਆਰਾ ਦਿੱਤੀ ਗਈ ਸਲਾਹ, ਸੁਜੈਸ਼ਨ ਦੇ ਨਾਲ ਕਿ ਮੈਂ ਐਗਰੀ ਹਾਂ, ਸਹਿਮਤ ਹਾਂ। ਸੋ ਆਈ ਐਗਰੀ ਵਿਦ ਯੂਅਰ ਸੁਜੈਸ਼ਨ। ਐਗਰੀ ਦੇ ਨਾਲ ਵਰਡ ਯੂਜ਼ ਕੀਤਾ ਗਿਆ ਜੀ ਵਿਦ ਕੀ ਆਪਣੇ ਕੋਲ ਫਿਕਸ ਪ੍ਰੈਪੋਜੀਸ਼ਨ ਹੈ। ਨੈਕਸਟ ਹੈ ਜੀ ਤੁਹਾਡੇ ਕੋਲ ਥਰਡ ਨੰਬਰ, ਆਪਾਂ ਜੋ ਡਿਸਕਸ ਕਰ ਰਹੇ ਹਾਂ, ਦੈਟ ਇਜ਼ ਏਮ ਦੇ ਨਾਲ ਯੂਜ਼ ਕੀਤੀ ਜਾਣ ਵਾਲੀ ਪ੍ਰੈਪੋਜੀਸ਼ਨ, ਦੈਟ ਇਜ਼ ਐਟ। ਏਮ ਐਟ ਦਾ ਮੀਨਿੰਗ ਹੁੰਦਾ ਬੇਸਿਕਲੀ ਦੇਖਿਆ ਜਾਵੇ ਤਾਂ ਦੇਖੋ, ਟੂ ਟਾਰਗੇਟ ਔਰ ਇੰਟੈਂਡ ਟੂ ਅਚੀਵ ਸਮਥਿੰਗ। ਮਤਲਬ ਕਿਸੇ ਚੀਜ਼ ਨੂੰ ਤੁਸੀਂ ਏਮ ਬਣਾ ਲਿਆ, ਨਿਸ਼ਾਨਾ, ਜਿਹਨੂੰ ਆਪਾਂ ਨਿਸ਼ਾਨਾ ਕਹਿ ਸਕਦੇ ਹਾਂ, ਟਾਰਗੇਟ ਕਹਿ ਸਕਦੇ ਹਾਂ। ਕਿਸੇ ਚੀਜ਼ ਨੂੰ ਤੁਸੀਂ ਟਾਰਗੇਟ ਕਰ ਲਿਆ, ਇਹ ਚੀਜ਼ ਹੈ ਜਿਹੜੀ ਅਸੀਂ ਕਰਨੀ ਹੈ। ਸੋ ਉਹਦਾ ਮੀਨਿੰਗ ਹੋਏਗਾ ਏਮ ਐਟ। ਐਟ ਹੈ ਜਿਹੜਾ ਪ੍ਰੈਪੋਜੀਸ਼ਨ ਤੁਹਾਡੇ ਕੋਲ ਯੂਜ਼ ਕੀਤਾ ਜਾਏਗਾ ਜਦੋਂ ਤੁਸੀਂ ਕਿਸੇ ਚੀਜ਼ ਦੀ ਨਿਸ਼ਾਨਾ ਬਣਾਉਣ ਦੀ, ਟਾਰਗੇਟ ਕਰਨ ਦੀ ਗੱਲ ਕਰ ਰਹੇ ਹੋ। ਤੇ ਟੂ ਟਾਰਗੇਟ ਔਰ ਇੰਟੈਂਡ ਟੂ ਅਚੀਵ ਸਮਥਿੰਗ, ਇਹ ਆਪਣਾ ਮੀਨਿੰਗ ਹੈ। ਐਗਜ਼ਾਮਪਲ ਹੈ ਜੀ ਤੁਹਾਡੇ ਕੋਲ, ਹੀ ਏਮਡ ਐਟ ਦਾ ਟਾਰਗੇਟ। ਏਮਡ ਐਟ ਮਤਲਬ ਕੀ ਕੀਤਾ ਉਹਨੇ, ਟਾਰਗੇਟ ਨੂੰ ਏਮ ਕੀਤਾ। ਅੱਗੇ ਹੈ ਜੀ ਤੁਹਾਡੇ ਕੋਲ 4 ਨੰਬਰ, ਦੈਟ ਇਜ਼ ਅਪੋਲੋਜਾਈਜ਼ ਦੇ ਨਾਲ ਤੁਹਾਡੇ ਕੋਲ ਯੂਜ਼ ਕੀਤੀ ਜਾਣ ਵਾਲੀ ਪ੍ਰੈਪੋਜੀਸ਼ਨ, ਦੈਟ ਇਜ਼ ਫॉर। ਅਪੋਲੋਜਾਈਜ਼ ਫॉर ਮਤਲਬ ਹੁੰਦਾ ਕਿਸੇ ਚੀਜ਼ ਨੂੰ ਲੈ ਕੇ ਤੁਸੀਂ ਰੈਗਰੇਟ ਫੀਲ ਕਰ ਰਹੇ ਹੋ, ਪਛਤਾਵਾ ਤੁਹਾਨੂੰ ਹੋ ਰਿਹਾ, ਤਾਂ ਤੁਸੀਂ ਉੱਥੇ ਯੂਜ਼ ਕਰ ਲੈਣੀ ਅਪੋਲੋਜਾਈਜ਼ ਫॉर। ਟੂ ਐਕਸਪ੍ਰੈਸ ਰੈਗਰੇਟ ਫॉर ਐਨ ਐਕਸ਼ਨ ਔਰ ਬਿਹੇਵੀਅਰ, ਇਹ ਤੁਹਾਡਾ ਮੀਨਿੰਗ ਹੋ ਗਿਆ। ਹਾਂਜੀ, ਤੁਸੀਂ ਲਿਖ ਹੀ ਸਕਦੇ ਹੋ, ਪੰਜਾਬੀ ਦੇ ਵਿੱਚ ਇਹਦਾ ਮੀਨਿੰਗ ਹੁੰਦਾ ਹੈ ਪਛਤਾਵਾ ਹੋਣਾ। ਪਛਤਾਵਾ ਹੋਣਾ ਜਾਂ ਕਿਸੇ ਚੀਜ਼ ਬਾਰੇ ਸੌਰੀ ਫੀਲ ਕਰਨਾ, ਸੌਰੀ ਫੀਲ ਕਰਨਾ। To feel sorry or to feel ਜਾਂ express regret for an action or behavior। Example ਤੁਹਾਨੂੰ ਦਿੱਤੀ ਗਈ ਹੈ, I apologize for being late। ਕੋਈ person ਕਹਿ ਰਿਹਾ ਹੈ I, basically ਇੱਥੇ ਆਪਣਾ I use ਕੀਤਾ ਤਾਂ ਆਪਾਂ ਆਪਣੇ ਆਪ ਨੂੰ ਕਹਾਂਗੇ I apologize for being late। ਜਿਵੇਂ ਕਿਹਾ ਜਾਵੇ ਮੈਂ ਜਿਹੜਾ ਮਾਫੀ ਮੰਗਦਾ ਲੇਟ ਹੋਣ ਦਾ, ਜਿਹੜਾ ਮੇਰੇ ਕੋਲ ਹੈਗਾ ਉਹਦੇ ਕਰਕੇ ਕੀਤੀ ਜਾ ਰਹੀ ਹੈ, ਮਾਫੀ ਮੰਗੀ ਜਾ ਰਹੀ ਹੈ। ਸੋ ਅਪੋਲੋਜਾਈਜ਼ ਫॉर। ਇਹ ਜੀ ਤੁਹਾਡੇ ਕੋਲੇ 4 ਵਰਡ ਜਿਹੜੇ ਆਪਾਂ ਡਿਸਕਸ ਕੀਤੇ, ਜਿਨ੍ਹਾਂ ਦੇ ਨਾਲ ਤੁਹਾਡੇ ਕੋਲ ਫਿਕਸ ਪ੍ਰੈਪੋਜੀਸ਼ਨ ਦਾ ਡਿਸਕਸ ਕੀਤੀ ਆਪਾਂ। ਅਵਾਇਡ ਬਾਈ, ਐਗਰੀ ਵਿਦ, ਏਮ ਐਟ ਐਂਡ ਅਪੋਲੋਜਾਈਜ਼ ਫॉर। ਇਹ ਤੁਸੀਂ ਧਿਆਨ ਚ ਰੱਖੋਗੇ, ਜਿਵੇਂ ਤੁਹਾਡੇ ਕੋਲ ਕੋਈ ਸੈਂਟੈਂਸ ਹੈਗਾ, ਕੋਈ ਸੈਂਟੈਂਸ ਦੇ ਵਿੱਚ ਯੂਜ਼ ਕੀਤਾ ਜਾਣ ਵਾਲਾ ਵਰਡ ਹੈ ਅਵਾਇਡ। ਅਵਾਇਡ ਦੇ ਨਾਲ ਹੋ ਸਕਦਾ ਤੁਹਾਨੂੰ ਵਿਦ ਦੇ ਕੇ ਜਿਹੜਾ ਕੁਐਸਚਨ ਪੁੱਛ ਲਿਆ ਜਾਵੇ, ਤਾਂ ਤੁਸੀਂ ਜਿਹੜਾ ਉੱਥੇ ਧਿਆਨ ਰੱਖੋਗੇ ਕਿ ਅਵਾਇਡ ਦੇ ਨਾਲ ਵਿਦ ਯੂਜ਼ ਨਹੀਂ ਹੁੰਦਾ, ਕੀ ਯੂਜ਼ ਹੁੰਦਾ, ਵਾਈ ਯੂਜ਼ ਹੁੰਦਾ। ਅਪੋਲੋਜਾਈਜ਼ ਫਰॉम ਨਹੀਂ ਹੁੰਦਾ, ਅਪੋਲੋਜਾਈਜ਼ ਫॉर ਹੁੰਦਾ। ਅਗੇਨ ਐਗਰੀ ਐਟ ਨਹੀਂ ਹੁੰਦਾ, ਐਗਰੀ ਵਿਦ ਆਪਾਂ ਯੂਜ਼ ਕਰਾਂਗੇ ਜਦੋਂ ਆਪਾਂ ਕਿਸੇ ਚੀਜ਼ ਦੇ ਉੱਤੇ ਸਹਿਮਤ ਆ।
ਚੀਜ਼ ਦੇ ਨਾਲ ਸਹਿਮਤ ਹਾਂ। ਏਮ ਐਟ ਦਾ ਮੀਨਿੰਗ ਹੁੰਦਾ ਜੀ ਕਿਸੇ ਚੀਜ਼ ਨੂੰ ਨਿਸ਼ਾਨਾ ਬਣਾਉਣਾ। ਅਗੇਨ ਤੁਸੀਂ ਟਾਰਗੇਟ ਵਾਸਤੇ ਜਿਹੜਾ ਇਹ ਯੂਜ਼ ਕਰ ਲੈਣਾ। ਆਈ ਹੋਪ ਤੁਹਾਨੂੰ ਜਿਹੜਾ ਫਿਕਸ ਪ੍ਰੈਪੋਜੀਸ਼ਨ ਦਾ ਟੌਪਿਕ ਸਮਝ ਆਇਆ ਹੋਵੇਗਾ। 4 ਪ੍ਰੈਪੋਜੀਸ਼ਨਸ ਨੇ ਜਿਹੜੀਆਂ ਆਪਾਂ 4 ਫਿਕਸ ਪ੍ਰੈਪੋਜੀਸ਼ਨ ਜਿਹੜੇ ਹੈਗੇ ਇੱਥੇ ਡਿਸਕਸ ਕੀਤੇ, ਤੇ ਤੁਸੀਂ ਇਹ ਜਿਹੜਾ ਇਹਨਾਂ ਨੂੰ ਯਾਦ ਕਰ ਲੈਣਾ, ਬਿਕॉज़ ਪੇਪਰ ਦੇ ਵਿੱਚ ਐਜ਼ ਇਟ ਇਜ਼ ਤੁਹਾਨੂੰ ਕੁਐਸਚਨ ਹੈ ਜਿਹੜੇ ਦੇਖਣ ਨੂੰ ਮਿਲਣਗੇ। ਹਾਂਜੀ, ਤਾਂ ਇਹ ਸੀ ਜੀ ਅੱਜ ਦਾ ਆਪਣਾ ਕਲਾਸ ਦਾ ਲਾਸਟ ਟੌਪਿਕ ਫਿਕਸ ਪ੍ਰੈਪੋਜੀਸ਼ਨ ਦਾ ਜੋ ਤੁਹਾਨੂੰ ਕਰਵਾਇਆ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ। ਜੋ ਵੀ ਸਟੂਡੈਂਟ ਚੈਨਲ ਦੇ ਉੱਤੇ ਨਿਊ ਨੇ, ਅਗੇਨ ਤੁਹਾਨੂੰ ਦੱਸ ਦਿੱਤਾ ਜਾਵੇ ਕਿ ਹਰ ਇੱਕ ਟੌਪਿਕ ਕਲਾਸਿਸ ਤੁਹਾਨੂੰ ਫ੍ਰੀ ਆਫ ਕਾਸਟ ਪ੍ਰੋਵਾਈਡ ਕਰਾਈਆਂ ਜਾ ਰਹੀਆਂ। ਤਾਂ ਤੁਸੀਂ ਕਰਨਾ ਕੀ ਹੈ, ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ, ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ, ਸੋ ਦੈਟ ਜਦੋਂ ਤੁਹਾਨੂੰ ਕੋਈ ਨਵੀਂ ਕਲਾਸ ਪ੍ਰੋਵਾਈਡ ਕਰਵਾਈ ਜਾਵੇ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ, ਤੁਸੀਂ ਕਲਾਸ ਅਟੈਂਡ ਕਰ ਸਕੋ। ਜੇ ਕਲਾਸਿਸ ਵਧੀਆ ਲੱਗ ਰਹੀਆਂ ਨੇ, ਕੰਟੈਂਟ ਵਧੀਆ ਲੱਗ ਰਿਹਾ ਹੈ, ਤਾਂ ਤੁਸੀਂ ਇਹ ਜਿਹੜਾ ਕਲਾਸਿਸ ਨੂੰ ਲਾਈਕ ਕਰਨਾ ਹੈ, ਆਪਣੇ ਫਰੈਂਡਸ ਦੇ ਨਾਲ ਜਿਹੜਾ ਤੁਸੀਂ ਸ਼ੇਅਰ ਕਰਦੇ ਰਹਿਣਾ ਹੈ, ਤੇ ਚੈਨਲ ਹੈ ਜਿਹੜਾ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨੀ ਹੈ। ਕਲਾਸਿਸ ਨੂੰ ਅਟੈਂਡ ਕਰਨਾ ਹੈ, ਟਾਈਮ ਸਿਰ ਆਪਣਾ ਸਿਲੇਬਸ ਹੈ ਜਿਹੜਾ ਤੁਸੀਂ ਕੰਪਲੀਟ ਕਰ ਲਿਓ। ਹਾਂਜੀ, ਤਾਂ ਮਿਲਾਂਗੇ ਹੁਣ ਨੈਕਸਟ ਸੈਸ਼ਨ ਦੇ ਵਿੱਚ ਨਵੇਂ ਟੌਪਿਕਸ ਦੇ ਨਾਲ, ਪਲੱਸ ਫਿਕਸ ਪ੍ਰੈਪੋਜੀਸ਼ਨ ਤੁਹਾਨੂੰ ਅਗੇਨ ਨੈਕਸਟ ਕਲਾਸ ਦੇ ਵਿੱਚ ਵੀ ਕਰਵਾਈਆਂ ਜਾਣ, ਜਿਹਨਾਂ ਨੂੰ ਤੁਸੀਂ ਯਾਦ ਕਰਨਾ ਹੋਏਗਾ। ਹਾਂਜੀ, ਤਾਂ ਅੱਜ ਦੀ ਕਲਾਸ ਇੱਥੇ ਕਰਦੇ ਹਾਂ ਓਵਰ। ਥੈਂਕ ਯੂ।